ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। तिसके सदन प्रवेश्यो जाए। देखत उठ्यो भाव अधिकाए। करी परस पर बंधन दो। हृदय आनंदत खतरी सो। तिसके सदन प्रवेश्यो जाए। ਗਰੀਬ ਨਵਾਜ। ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪਰਤਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਯਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ। ਲੜੀਵਾਰ ਕਥਾ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਏ ਜੋਧ ਦੇ ਮਹਿਲਾਂ ਦੇ ਵਿੱਚ ਚਰਨ ਪਾਉਂਦੇ ਹਨ। ਕੱਲ੍ਹ ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਰਾਏ ਜੋਧ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੇ ਮਨ ਦੀ ਬੜੀ ਇੱਛਾ ਹੈ ਕਿ ਤੁਸੀਂ ਮੇਰੇ ਮਹਿਲਾਂ ਦੇ ਵਿੱਚ ਚਰਨ ਪਾਓ। ਸੱਚੇ ਪਾਤਸ਼ਾਹ ਮਹਾਰਾਜ ਰਾਏ ਜੋਧ ਦੇ ਫਿਰ ਮਹਿਲਾਂ ਦੇ ਵਿੱਚ ਦੀਨੇ ਕਾਂਗੜ ਵਿੱਚ ਪਹੁੰਚੇ ਆ। ਉੱਧਰ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਦੇ ਵਿੱਚ ਪਹੁੰਚੇ ਹੋਏ ਹਨ। ਕੱਲ੍ਹ ਤੁਸੀਂ ਕਥਾ ਸੁਣੀ ਹੈ। ਬਾਬਾ ਬਿਧੀ ਚੰਦ ਸਾਹਿਬ ਜਦੋਂ ਲਾਹੌਰ ਦੇ ਵਿੱਚ ਪ੍ਰਵੇਸ਼ ਹੋਣ ਲੱਗੇ ਆ ਨਾ, ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਹੈ ਜੀ। ਅਰਦਾਸ ਬੇਨਤੀ ਕਰਕੇ ਫਿਰ ਉਹ ਲਾਹੌਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਗਏ ਆ। ਗੁਰਸਿੱਖਾਂ ਨੇ ਬਾਬਾ ਬਿਧੀ ਚੰਦ ਜੀ ਦਾ ਬੜਾ ਸਤਿਕਾਰ ਕੀਤਾ। ਬਾਬਾ ਜੀ ਅਜੇ ਪ੍ਰਸ਼ਾਦਾ ਹੀ ਛਕ ਰਹੇ ਸਨ, ਉੱਥੇ ਢਿੰਡੋਰਾ ਪਿੱਟਣ ਵਾਲਾ ਆ ਗਿਆ ਜੀ। ਉਹ ਉੱਚੀ ਉੱਚੀ ਕਵੇ, ਬਾਦਸ਼ਾਹ ਦਾ ਘੋੜਾ ਗਵਾਚ ਗਿਆ, ਕੋਈ ਉਹਦੀ ਖੋਜ ਦੱਸੋ, ਬਾਦਸ਼ਾਹ ਮੂੰਹ ਮੰਗੇ ਕੀਮਤ ਦੇਵੇਗਾ। ਅਤੇ ਬਾਬਾ ਬਿਧੀ ਚੰਦ ਸਾਹਿਬ ਉਹਨਾਂ ਨੂੰ ਪੁੱਛਦੇ ਆ ਵੀ ਇਹ ਕੀ ਬੋਲ ਰਿਹਾ। ਅਤੇ ਕਮਾਲ ਦੀ ਗੱਲ ਇਹ ਹੈ, ਸਿੱਖਾਂ ਨੂੰ ਵੀ ਨਹੀਂ ਸੀ ਪਤਾ ਵੀ ਇੱਥੋਂ ਘੋੜਾ ਬਾਬਾ ਬਿਧੀ ਚੰਦ ਜੀ ਲੈ ਕੇ ਗਏ ਆ। ਉਹ ਕਹਿੰਦੇ ਪਤਾ ਨਹੀਂ ਕੀ ਪੰਗਾ ਪੈ ਗਿਆ, ਬਾਦਸ਼ਾਹ ਦਾ ਘੋੜਾ ਗਵਾਚ ਗਿਆ, 4 ਦਿਨ ਹੋ ਗਏ ਆ। ਰੋਜ਼ ਇਸ ਤਰ੍ਹਾਂ ਲੋਕ ਆਉਂਦੇ ਆ, ਉੱਚੀ ਉੱਚੀ ਕਹਿੰਦੇ ਆ ਕਿ ਬਾਦਸ਼ਾਹ ਦਾ ਘੋੜਾ ਗਵਾਚ ਗਿਆ, ਕੋਈ ਲੱਭ ਕੇ ਦੇ ਦਿਓ। ਬਾਬਾ ਬਿਧੀ ਚੰਦ ਜੀ ਨੇ ਫਿਰ ਲੰਮਾ ਸਮਾਂ ਆਪਣੇ ਮਨ ਵਿੱਚ ਵਿਚਾਰ ਕੀਤੀ ਜੀ। ਵਿਚਾਰ ਕੀ ਕੀਤੀ ਕਿ ਹੁਣ ਪਈ ਹੈ, ਰਾਤ ਪਈ ਹੈ, ਅਤੇ ਬਾਬਾ ਜੀ ਲਾਹੌਰ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ, ਉਹਦਾ ਨਾਮ ਹੈ ਭਾਈ ਬਹੌੜਾ। ਭਾਈ ਬਹੌੜੇ ਦੇ ਘਰ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਪਹੁੰਚੇ ਆ। ਇੱਥੋਂ ਤੱਕ ਕਥਾ ਆਪਾਂ ਕੱਲ੍ਹ ਸੁਣੀ ਸੀ। ਹੁਣ ਅੱਗੋਂ ਜਿਹੜੀ ਕਥਾ ਹੈ ਉਹ ਸੁਣਨੀ ਵਾਲੀ ਹੈ। ਬੜੇ ਪਿਆਰ ਦੇ ਨਾਲ ਸੁਣੋ। ਸਭ ਸੰਗਤ ਗੱਜ ਕੇ ਆਖੋ ਜੀ
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ। ਫਿਰ ਆਖੋ ਜੀ ਸਤਨਾਮ। ਹਾਂਜੀ। ਤਿਸ ਕੇ ਸਦਨ ਪ੍ਰਵੇਸ਼ਿਓ ਜਾਏ। ਧੰਨ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਦੇ ਵਿੱਚ ਭਾਈ ਬਹੌੜੇ ਦੇ ਘਰ ਵਿੱਚ ਜਾ ਕੇ ਪ੍ਰਵੇਸ਼ ਹੋ ਗਏ ਜੀ। ਹਾਂਜੀ। ਦੇਖਤ ਉਠਿਓ ਭਾਉ ਅਧਿਕਾਏ। ਤੇ ਭਾਈ ਬਹੌੜੇ ਨੇ ਵੇਖਿਆ ਵੀ ਇਹ ਤੇ ਬਾਬਾ ਬਿਧੀ ਚੰਦ ਸਾਹਿਬ ਨੇ, ਤੇ ਬਾਬਾ ਬਿਧੀ ਚੰਦ ਜੀ ਦਾ ਸਤਿਕਾਰ ਬੜੇ ਕਰਦੇ ਜੀ ਸਾਰੇ। ਉਸੇ ਵੇਲੇ ਉੱਠ ਕੇ ਬਾਬਾ ਬਿਧੀ ਚੰਦ ਜੀ ਦਾ ਭਾਈ ਬਹੌੜੇ ਨੇ ਸਤਿਕਾਰ ਕੀਤਾ। ਕਰੀ ਪਰਸ ਪਰ ਬੰਧਨ ਦੋ। ਹੁਣ ਵੇਖੋ ਗੁਰਸਿੱਖਾਂ ਦਾ ਕਿੰਨਾ ਪਿਆਰ ਹੈ। ਬਾਬਾ ਬਿਧੀ ਚੰਦ ਜੀ ਨੂੰ ਭਾਈ ਬਹੌੜੇ ਨੇ ਮੱਥਾ ਟੇਕਿਆ ਤੇ ਭਾਈ ਬਹੌੜੇ ਨੂੰ ਬਾਬਾ ਬਿਧੀ ਚੰਦ ਜੀ ਨੇ ਟੇਕਿਆ ਜੀ। ਇੱਕ ਦੂਜੇ ਨੂੰ ਨਮਸਕਾਰ ਕੀਤੀ। ਹਿਰਦੈ ਆਨੰਦਤ ਖਤਰੀ ਸੋ। ਹੁਣ ਉਹ ਭਾਈ ਬਹੌੜਾ ਬੜਾ ਆਨੰਦਿਤ ਹੋਇਆ ਜੀ। ਕਿਉਂ? ਸਾਰੇ ਇਹ ਗੱਲ ਸਮਝਦੇ ਆ ਕਿ ਬਾਬਾ ਬਿਧੀ ਚੰਦ ਸਾਹਿਬ ਜੀ 6ਵੇਂ ਪਾਤਸ਼ਾਹ ਦਾ ਆਪਣਾ ਹੀ ਰੂਪ ਨੇ। ਸੰਗਤ ਜੀ ਤੁਸੀਂ ਕਥਾ ਸੁਣੀ ਹੈ, ਅੱਗੇ ਜਾ ਕੇ ਵੀ ਬਚਨ ਆਉਣਗੇ। ਕਈ ਐਸੀਆਂ ਜਗ੍ਹਾਵਾਂ ਸਨ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸਰੀਰ ਕਰਕੇ ਨਹੀਂ ਸੀ ਜਾ ਸਕਦੇ, ਉੱਥੇ ਬਾਬਾ ਬਿਧੀ ਚੰਦ ਜੀ ਨੂੰ ਭੇਜਦੇ ਹੁੰਦੇ ਸੀਗੇ ਜੀ। ਬਾਬਾ ਬਿਧੀ ਚੰਦ ਜੀ ਨੂੰ ਕਹਿਣਾ, ਬਿਧੀ ਚੰਦ ਜੀ ਤੁਸੀਂ ਸਾਡੀ ਜਗ੍ਹਾ ਹੋ ਆਓ, ਸਾਡੀ ਜਗ੍ਹਾ ਹੋ ਆਓ। ਸੋ ਸਾਰੇ ਬਾਬਾ ਬਿਧੀ ਚੰਦ ਜੀ ਦਾ ਬੜਾ ਸਤਿਕਾਰ ਕਰਦੇ ਸਨ। ਹਾਂਜੀ। ਗੁਰੂ ਮੁਸਾਹਿਬ ਤੂੰ ਮਤ ਭਾਰਾ। ਉਹ ਭਾਈ ਬਹੌੜਾ ਜੀ ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਨੂੰ ਕਿ ਤੁਸੀਂ ਤੇ ਮਹਾਰਾਜ ਦਾ ਰੂਪ ਹੀ ਹੋ, ਗੁਰੂ ਸਾਹਿਬ ਦੇ ਖਾਸ ਸਿੱਖ ਹੋ। ਹਾਂਜੀ। ਪਾਵਨ ਕੀਨੋ ਸਦਨ ਹਮਾਰਾ। ਬਾਬਾ ਜੀ ਤੁਸੀਂ ਮੇਰੇ ਘਰ 'ਚ ਚਰਨ ਪਾਏ, ਘਰ ਹੀ ਪਵਿੱਤਰ ਹੋ ਗਿਆ। ਬੜੀ ਕਿਰਪਾ ਕੀਤੀ, ਤੁਸੀਂ ਘਰ ਵਿੱਚ ਆਏ। ਹਾਂਜੀ। ਰੁਚਿਰ ਭ੍ਰਯੰਕ ਡਸਾਵਨ ਕੀਨਾ। ਬਹੁਤ ਸੋਹਣਾ ਪਲੰਘਾ ਡਾਇਆ ਜੀ। ਇੱਕ ਦੀ ਵਿਸ਼ੇਸ਼ ਪਲੰਘਾ ਕੱਢ ਕੇ ਨਾ ਜੀ ਬਾਬਾ ਬਿਧੀ ਚੰਦ ਜੀ ਵਾਸਤੇ ਡਾਇਆ ਜੀ। ਤਹਿ ਬਿਠਾਏ ਬਹਿ ਆਦਰ ਦੀਨਾ। ਬੜੇ ਪਿਆਰ ਦੇ ਨਾਲ ਬਿਠਾਇਆ। ਦੋਵਾਂ ਜੀਆਂ ਨੇ ਰਲ ਕੇ ਸੇਵਾ ਕੀਤੀ, ਪ੍ਰਸ਼ਾਦ ਪਾਣੀ ਛਕਾਇਆ, ਭੋਜਨ ਛਕਾਇਆ, ਜਲ ਪਾਣੀ ਛਕਾਇਆ ਬਾਬਾ ਬਿਧੀ ਚੰਦ ਜੀ ਨੂੰ। ਮਮ ਲਾਇਕ ਜੋ ਸੇਵਾ ਹੋਏ। ਤੇ ਭਾਈ ਬਹੌੜਾ ਜੀ ਹੱਥ ਜੋੜ ਕੇ ਕਹਿੰਦੇ ਜੀ, ਬਾਬਾ ਜੀ ਦੱਸੋ ਮੇਰੇ ਲਾਇਕ ਕੀ ਸੇਵਾ ਹੈ, ਕੀ ਸੇਵਾ ਕਰ ਸਕਦਾ ਮੈਂ ਤੁਹਾਡੀ। ਹਾਂਜੀ। ਫੁਰਮਾਵੋ ਸਭ ਕਰੋ ਸੋਏ। ਜਿਵੇਂ ਫੁਰਮਾਓਗੇ ਉਵੇਂ ਹੀ ਕਰਾਂਗਾ, ਕਿਰਪਾ ਕਰੋ, ਦੱਸੋ ਮੈਂ ਕੀ ਸੇਵਾ ਕਰਾਂ ਤੁਹਾਡੀ। ਹਾਂਜੀ। ਗੁਰ ਸਮ ਤੁਮਰੀ ਟਹਿਲ ਪਛਾਨੋ। ਵਾਹ ਜੀ ਵਾਹ, ਗੱਜ ਕੇ ਆਖੋ ਵਾਹਿਗੁਰੂ। ਭਾਈ ਬਹੌੜਾ ਜੀ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ, ਬਾਬਾ ਜੀ ਤੁਹਾਡੀ ਸੇਵਾ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚ ਕੋਈ ਫਰਕ ਨਹੀਂ ਹੈਗਾ। ਤੁਹਾਡੀ ਸੇਵਾ ਗੁਰੂ ਸਾਹਿਬ ਦੀ ਸੇਵਾ ਹੈ। ਤੇ ਮੈਂ ਬੜੀ ਬੇਨਤੀ ਕਰਦਾ, ਜਿਹਨੂੰ ਗੁਰੂ ਜੀ ਦੇ ਸਿੱਖ ਦਾ ਸਤਿਕਾਰ ਕਰਨਾ ਨਹੀਂ ਆਉਂਦਾ, ਉਹ ਗੁਰੂ ਜੀ ਦੀ ਵੀ ਸੇਵਾ ਨਹੀਂ ਕਰ ਸਕਦਾ ਜੀ। ਇਹ ਆਪਸ ਵਿੱਚ ਜੁੜੀ ਹੋਈ ਕੜੀ ਹੈ ਜੀ। ਆਪੇ ਗੁਰ ਚੇਲਾ ਹੈ, ਆਪੇ ਹਰਿ ਪ੍ਰਭ ਚੋਜ ਵਿਡਾਣੀ। ਬਾਬਾ ਜੀ ਤੁਹਾਡੀ ਸੇਵਾ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਇੱਕ ਹੀ ਗੱਲ ਹੈ। ਹਾਂਜੀ। ਆਦਿਕ ਸ਼੍ਰੇ ਮੈਂ ਆਪਣੀ ਜਾਨੋ। ਮੇਰਾ ਇਹਦੇ ਵਿੱਚ ਬੜਾ ਵੱਡਾ ਕਲਿਆਣ ਹੋਏਗਾ, ਮੇਰਾ ਬੜਾ ਵੱਡਾ ਭਲਾ ਹੋਏਗਾ ਜੇ ਤੁਸੀਂ ਮੈਨੂੰ ਮੁੱਖੋਂ ਕੰਮ ਕਹੋ ਤੇ ਮੈਂ ਕੰਮ ਕਰਾਂ। ਹਾਂਜੀ। ਕਹਿਤ ਨਾ ਸਕਚੋ ਚਾਹੀਏ ਲੇਹੀ। ਤੇ ਬਾਬਾ ਜੀ ਸੰਕੋਚ ਨਾ ਕਰਿਓ, ਦੱਸੋ ਕੀ ਚਾਹੀਦਾ ਹੈ। ਹੁਣ ਭਾਈ ਬਹੌੜੇ ਨੂੰ ਨਹੀਂ ਪਤਾ ਵੀ ਬਾਬਾ ਬਿਧੀ ਚੰਦ ਜੀ ਕੀ ਕਰਨ ਆਏ ਨੇ। ਨਾ ਬਾਬਾ ਬਿਧੀ ਚੰਦ ਜੀ ਨੇ ਦੱਸਿਆ ਵੀ ਮੈਂ ਘੋੜਾ ਲੈਣ ਵਾਸਤੇ ਆਇਆ ਜੀ। ਪਰ ਭਾਈ ਬਹੌੜਾ ਜੀ ਸਮਝਦੇ ਆ ਵੀ ਅੱਗੇ ਕਦੀ ਤੇ ਬਾਬਾ ਬਿਧੀ ਚੰਦ ਜੀ ਆਏ ਨਹੀਂ,
ਤੇ ਜੇ ਹੁਣ ਆਏ ਨੇ ਤੇ ਕੋਈ ਖਾਸ ਕੰਮ ਹੋਏਗਾ। ਹਾਂਜੀ, ਤੂੰ ਪੂਰਨ ਸਿੱਖ ਗੁਰੂ ਸਨੇਹੀ। ਸੰਕੋਚ ਨਾ ਕਰੋ ਬਾਬਾ ਜੀ, ਦੱਸੋ ਤੁਸੀਂ ਗੁਰੂ ਜੀ ਦੇ ਪੂਰਨ ਸਿੱਖ ਹੋ, ਦੱਸੋ ਮੈਂ ਕੀ ਸੇਵਾ ਕਰਾਂ ਤੁਹਾਡੀ। ਹਾਂਜੀ, ਵਿਧੀ ਚੰਦ ਪਿਖ ਭਾਉ ਬਖਾਨੀ। ਬਾਬਾ ਬਿਧੀ ਚੰਦ ਜੀ ਨੇ ਦੇਖਿਆ ਵੀ ਭਾਈ ਬਹੌੜੇ ਦਾ ਭਾਵਨਾ ਵਾਲਾ ਸੁਭਾਅ ਹੈ, ਪ੍ਰੇਮ ਹੈ ਇਹਨਾਂ ਦੇ ਅੰਦਰ। ਸ਼ੁਭ ਪੋਸ਼ਿਸ਼ ਇੱਕ ਹਿੰਦੁਸਤਾਨੀ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਬਾਬਾ ਜੀ ਨੇ ਜਿਹੜਾ ਆਈਡੀਆ ਬਣਾਇਆ ਸੀ ਨਾ ਦਿਮਾਗ 'ਚ ਕਿ ਮੈਂ ਭੇਖ ਬਦਲ ਲੈਣਾ, ਬਾਬਾ ਜੀ ਕਹਿਣ ਲੱਗੇ ਕਿ ਇੱਕ ਹਿੰਦੁਸਤਾਨੀ ਪੋਸ਼ਾਕਾ ਚਾਹੀਦਾ, ਹਿੰਦੁਸਤਾਨੀ ਪੋਸ਼ਾਕਾ। ਇਹ ਉਸ ਸਮੇਂ ਦੀਆਂ ਬੋਲੀਆਂ ਨੇ ਸਾਧ ਸੰਗਤ ਦੀ, ਮੈਨੂੰ ਮਾਫ ਕਰਿਓ, ਜਿਹੜੇ ਕੱਪੜੇ ਆਪਾਂ ਪਾਏ ਆ ਇਹ ਹਿੰਦੁਸਤਾਨੀ ਨਹੀਂ ਹੈਗੇ ਜੀ। ਹਿੰਦੁਸਤਾਨੀ ਕੱਪੜਿਆਂ ਦਾ ਤੇ ਹੁਣ ਜਿਹੜੇ ਅਸੀਂ ਕੱਪੜੇ ਪਾਏ ਆ ਇਹਨਾਂ ਦਾ ਫਰਕ ਹੈ। ਤੇ ਬਾਕੀ ਸਮੇਂ ਦੇ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ ਜੀ। ਸਮੇਂ ਦੇ ਨਾਲ ਖਾਣ ਪੀਣ ਦੇ ਤਰੀਕੇ ਵੀ ਬਦਲਦੇ ਆ, ਸਮੇਂ ਦੇ ਨਾਲ ਪਹਿਰਾਵਾ ਵੀ ਬਦਲਦਾ, ਸਮੇਂ ਦੇ ਨਾਲ ਬੋਲੀਆਂ ਵੀ ਬਦਲ ਜਾਂਦੀਆਂ ਜੀ। ਬਾਬਾ ਜੀ ਕਹਿਣ ਲੱਗੇ ਹਿੰਦੁਸਤਾਨੀ ਪੋਸ਼ਾਕਾਂ ਬਣਾ ਕੇ ਦਿਓ ਮੈਨੂੰ। ਹਾਂਜੀ, ਸੋ ਬਨਵਾਏ ਦੇਹੋ ਅਬ ਮੋਹੀ। ਹੁਣੇ ਹੀ ਕੋਈ ਯਤਨ ਕਰੋ ਵੀ ਹੁਣ ਤੇ ਰਾਤ ਹੈ, ਕੱਲ ਨੂੰ ਉਹ ਮੈਨੂੰ ਹਿੰਦੁਸਤਾਨੀ ਪੋਸ਼ਾਕਾਂ ਬਣਵਾ ਕੇ ਦਿਓ। ਇਹੀ ਸੇਵ ਸ਼ੁਭ ਲਾਇਕ ਤੋਹੀ। ਤੁਹਾਡੀ ਇਹੋ ਹੀ ਸੇਵਾ ਹੈ, ਤੁਸੀਂ ਇਹ ਕੰਮ ਕਰਦੇ ਹੋ। ਹੁਣ ਭਾਈ ਬਹੌੜੇ ਨੂੰ ਵੀ ਨਹੀਂ ਪਤਾ, ਗੱਜ ਕੇ ਆਖੋ ਵਾਹਿਗੁਰੂ, ਵੀ ਪੋਸ਼ਾਕ ਬਣਾਉਣ 'ਚ, ਕੱਪੜੇ ਬਣਾ ਕੇ ਦੇਣ ਵਿੱਚ ਹੀ ਉਹਨਾਂ ਨੂੰ ਪੁੰਨ ਲੱਗ ਜਾਣਾ ਜੀ, ਭਾਵੇਂ ਉਹਨਾਂ ਨੂੰ ਪਤਾ ਨਹੀਂ ਹੈ ਵੀ ਕਿਉਂ ਮੰਗ ਰਹੇ ਆ। ਹਾਂਜੀ, ਸੁਨਤ ਬੰਦ ਕਰ ਭਨੇ ਬਹੋਰਾ। ਤੇ ਸਾਧ ਸੰਗਤ ਜੀ, ਭਾਈ ਬਹੌੜਾ ਹੱਥ ਜੋੜ ਕੇ ਕਹਿੰਦਾ ਸਤ ਬਚਨ ਬਾਬਾ ਜੀ, ਧੰਨ ਭਾਗ, ਤੁਸੀਂ ਸੇਵਾ ਵਾਸਤੇ ਕਿਹਾ ਜੀ। ਹਾਂਜੀ, ਮੈਂ ਬਨਵਾਏ ਦਿਓ ਹੋਏ ਭੋਰਾ। ਮੈਂ ਸਵੇਰ ਹੁੰਦਿਆਂ ਹੀ ਜਿਹੋ ਜਿਹੇ ਕੱਪੜੇ ਕਹੋਗੇ ਉਹੋ ਜਿਹੇ ਬਣਵਾ ਦਿਆਂਗਾ। ਸਵੇਰ ਹੁੰਦਿਆਂ ਸਾਰੀ, ਕਈਆਂ ਨੂੰ ਬੜਾ ਚਾਅ ਚੜ੍ਹਦਾ ਜੀ ਸੰਗਤ ਜੀ, ਬਹੁਤ ਚਾਅ ਚੜ੍ਹਦਾ। ਹਾਂਜੀ, ਪਰ ਕੈ ਸੁਪਤੇ ਨਿਸ਼ਾ ਬਿਤਾਈ। ਇਹ ਗੱਲ ਕਹਿ ਕੇ ਤੇ ਲੰਮੇ ਪੈ ਗਏ, ਆਰਾਮ ਕਰਨ ਲੱਗ ਪਏ। ਜਾਗੇ ਤਬ ਪ੍ਰਭਾਤ ਹੋਏ ਆਈ। ਤੇ ਦਿਨ ਚੜ੍ਹਿਆ, ਸਾਰੇ ਜਾਗ ਗਏ ਜੀ। ਹਾਂਜੀ, ਸਾਥ ਬਹੋੜੇ ਉੱਠ ਕਰ ਭਾਖਾ। ਤੇ ਬਾਬਾ ਬਿਧੀ ਚੰਦ ਉੱਠ ਕੇ ਨਾ ਸਮਝਾਉਂਦੇ ਵੀ ਕੱਪੜੇ ਕਿਹੋ ਜਿਹੇ ਪਵਾਉਣੇ, ਮੈਨੂੰ ਕਿਹੋ ਜਿਹੇ ਦੇਣੇ ਆ। ਉਹ ਮਾਨੋ ਰਾਤ ਸਕੀਮ ਬਣਾਉਂਦੇ ਰਹੇ ਹੁਣ ਵੀ ਕਿਹੋ ਜਿਹਾ ਮੈਂ ਭੇਖ ਬਣਾਉਣਾ ਆਪਣਾ ਜੀ। ਉੱਠ ਕੇ ਬਹੌੜੇ ਨੂੰ ਕਹਿਣ ਲੱਗੇ ਅਸ ਪੋਸ਼ਿਸ਼ ਕੀ ਮੁਝ ਅਭਿਲਾਖਾ। ਕਹਿੰਦੇ ਵੀ ਮੈਨੂੰ ਇਹੋ ਜੀ ਪੋਸ਼ਕ ਚਾਹੀਦੀ, ਭਾਵ ਪੋਸ਼ਾਕਾ ਚਾਹੀਦਾ, ਬਸਤਰ ਚਾਹੀਦੇ ਆ। ਹਾਂਜੀ, ਸੂਖਮ ਸੂਤ ਬਸਤਰ ਬਰ ਚੀਨੋ। ਹਾਂਜੀ, ਤਿਸ ਕੇ ਕਰੋ ਪਿਰਾਹਣ ਤੀਨੋ। ਪਹਿਲੀ ਗੱਲ, ਬੜੇ ਬਰੀਕ ਕੱਪੜਾ ਹੋਣਾ ਚਾਹੀਦਾ ਤੇ 3 ਕੱਪੜੇ ਸੀਣੇ, 3 ਕੱਪੜੇ। ਹਾਂਜੀ, ਏਕ ਵੱਡੋ ਜਾਨੂ ਤੇ ਤਰੇ। ਇੱਕ ਤੇ ਵੱਡਾ ਚੋਲਾ ਸਵਾਉਣਾ। ਜਾਨੂ ਨਾਮ ਪਤਾ ਕਿਹਦਾ? ਗੋਡੇ ਦਾ, ਗੋਡਿਆਂ ਤੋਂ ਹੇਠਾਂ ਜਾਂਦਾ ਹੋਵੇ, ਵੱਡਾ ਚੋਲਾ ਸੀ ਕੇ ਦਿਓ ਇੱਕ ਮੈਨੂੰ। ਹਾਂਜੀ, ਦੁਤੀਓ ਛੋਟਾ ਨਿਸਤਰੇ ਕਰੇ। ਤੇ ਦੂਜਾ ਉਹਦੇ ਤੋਂ ਛੋਟਾ ਸੀ ਕੇ ਦੇਣਾ। ਇੱਕ ਵੱਡਾ ਚੋਲਾ ਪਾਉਣਾ, ਇੱਕ ਉਹਦੇ ਤੋਂ ਛੋਟਾ ਦੇਣਾ। ਹਾਂਜੀ, ਤਿਸ ਤੇ ਛੋਟਾ ਤੀਸਰ ਹੋਏ। ਫਿਰ ਇੱਕ ਹੋਰ ਬਣਾਉਣਾ, ਉਹ ਉਹਦੇ ਤੋਂ ਵੀ ਛੋਟਾ ਹੋਵੇ। 3 ਤਰੀਕੇ ਦੇ ਕੱਪੜੇ ਮੈਨੂੰ ਬਣਾ ਕੇ ਦੇਣੇ ਆ। ਹਾਂਜੀ, ਪਾਏ ਨ ਹੇਤ ਪਜਾਮਾ ਜੋਏ। ਤੇ ਇੱਕ ਤੇੜ ਪਾਉਣ ਲਈ ਪਜਾਮਾ ਵੀ ਦੇ ਦਿਓ। ਹੁਣ ਵੇਖੋ ਨਾ ਜੀ, ਆਮ ਕੁੜਤਾ ਪਜਾਮਾ ਇੱਥੇ ਪਾਇਆ ਹੋਵੇ, ਆਪਾਂ ਕਹਾਂਗੇ ਆਮ ਬੰਦਾ ਹੈ ਕੋਈ, ਤੇ ਇੱਕ ਲੰਮਾ ਪਾਇਆ ਹੋਵੇ, ਇੱਕ ਉਹਦੇ ਤੋਂ ਉੱਚਾ ਪਾਇਆ ਹੋਵੇ, ਇੱਕ ਉਹਦੇ ਤੋਂ ਵੀ ਉੱਚਾ ਪਾਇਆ ਹੋਵੇ, 3 ਪਾ ਕੇ ਜਿਹੜਾ ਤੁਰੇ ਫਿਰੇਗਾ, ਲੋਕੀ ਤੇ ਕਹਿਣਗੇ ਵੀ ਕੋਈ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ, ਕੋਈ ਗੱਲ ਹੈ ਇਹਦੇ 'ਚ, ਕੋਈ ਖਾਸ ਗੱਲ ਹੈ। ਉਹ ਬਾਬਾ ਜੀ ਨੇ ਇਸ ਤਰ੍ਹਾਂ ਦਾ ਕਹਿਤਾ ਵੀ ਇੱਕ ਲੰਮਾ ਚੌੜਾ, ਇੱਕ ਥੋੜਾ ਉੱਚਾ, ਇੱਕ ਉਹਦੇ ਤੋਂ ਵੀ ਉੱਚਾ, ਇੱਕ ਪਜਾਮਾ ਸਵਾ ਦਿਓ ਮੈਨੂੰ। ਹਾਂਜੀ, ਗੁਲਫ ਲੱਗੇ ਹੋਵੇ ਵੱਡ ਚੋਰਾ। ਤੇ ਜਿਹੜਾ ਚੋਲਾ ਬਣਾਉਣਾ ਹੈ ਲੰਮਾ, ਖੁੱਲੇ ਚੌੜੇ ਘੇਰੇ ਵਾਲਾ ਹੋਣਾ ਚਾਹੀਦਾ ਹੈ। ਹਾਂਜੀ, ਘੇਰਦਾਰ ਦਿਖੈ ਜਿਮ ਗੋਰਾ। ਐ ਸੋਹਣੀਆਂ ਕਲੀਆਂ ਪਾ ਦਿਓ, ਘੇਰੇਦਾਰ ਸੋਹਣਾ
ਬਸਤਰ ਸਵਾ ਦਿਓ ਮੈਨੂੰ। ਹਾਂਜੀ ਸੁੰਦਰ ਤਹ ਇਜ਼ਾਰ ਬੰਦ ਪਾਏ, ਹਾਂਜੀ। ਆਜ ਤਿਆਰ ਇਹੋ ਦੇਹੋ ਕਰਵਾਏ। ਤੇ ਜਿਹੜਾ ਪਜਾਮਾ ਪਾਉਣਾ ਨਾ ਉਹਦੇ ਵਿੱਚ ਨਾਲਾ ਪਾ ਕੇ ਦੇਣਾ ਹੈ, ਸੋਹਣਾ। ਤੇ ਅੱਜ ਹੀ ਚਾਹੀਦਾ ਸਾਰਾ ਕੁਝ। ਹਾਂਜੀ। ਲਾਂਬੀ ਗਜਨ ਵਿਖੇ ਇੱਕ ਪਾਗ, 1 ਗੱਜ ਲੰਮੀ ਮੈਨੂੰ ਪੱਗ ਚਾਹੀਦੀ ਹੈ। 1 ਗੱਜ ਲੰਬੀ ਪੱਗ ਵੀ ਦੇ ਦਿਓ ਲਿਆ ਕੇ। ਹਾਂਜੀ। ਜਿਸ ਕੇ ਸ਼ੋਰ ਜਰੀ ਵੱਡ ਲਾਗ, ਤੇ ਉਹਦੇ ਲਾਸਟ ਅੰਤਮ ਪੱਲਿਆਂ ਦੇ ਉੱਤੇ ਨਾ ਜਰੀ ਲੱਗੀ ਹੋਵੇ, ਸੋਹਣੀ ਕਢਾਈ ਹੋਵੇ, ਇਹੋ ਜੀ ਪੱਗ ਮੈਨੂੰ ਲਿਆ ਦਿਓ। ਹਾਂਜੀ। ਪੀਛੇ ਹੀਨੋ ਨੋਕ ਦਰਾਜ, ਹਾਂਜੀ। ਜੋਰਾ ਜਰੀ ਜੁਗਤ ਲਿਹੋ ਆਜ। ਤੇ ਸੁਣੋ, ਜੋੜਾ ਕਿਹੋ ਜਿਹਾ ਲੈ ਕੇ ਦੇਣਾ? ਕਹਿੰਦੇ ਅੱਡੀ ਤੋਂ ਬਿਨਾ ਲੰਮੀ ਨੋਕ ਹੋਵੇ, ਜਿਵੇਂ ਲੱਕੀ ਜੁੱਤੀ ਹੁੰਦੀ ਹੈ, ਉਹਦੀ ਅੱਡੀ ਨਹੀਂ ਹੁੰਦੀ ਜੀ, ਤੇ ਅੱਗੋਂ ਲੰਮਾ ਹੁੰਦਾ। ਕਹਿੰਦੇ ਅੱਡੀ ਤੋਂ ਬਿਨਾ ਲੰਮੀ ਲੋਕ ਵਾਲਾ ਜੋੜਾ ਲਿਆ ਕੇ ਦੇਣਾ, ਤਾਂ ਉਹਦੇ ਉੱਤੇ ਕਢਾਈ ਹੋਣੀ ਚਾਹੀਦੀ ਹੈ। ਗੱਜ ਕੇ ਆਖੋ। ਉਹ ਲੱਕੀ ਜੁੱਤੀਆਂ ਕਈ ਕਢਾਈ ਵਾਲੀਆਂ ਹੁੰਦੀਆਂ ਨਾ ਜੀ, ਐਂ ਤਿੱਲੇ ਦੀ ਕਢਾਈ ਹੁੰਦੀ ਉਹਦੇ ਤੇ ਬਾਬਾ ਜੀ ਕਹਿੰਦੇ ਉਹ ਵਾਲਾ ਜੋੜਾ ਲਿਆ ਕੇ ਦਿਓ ਮੈਨੂੰ, ਐਂ ਲੰਮਾ ਹੋਵੇ ਅੱਗੋਂ। ਹਾਂਜੀ। ਰਹੇ ਜਾਮ ਦਿਨ ਮੈਂ ਤਬ ਆਊਂ, ਹਾਂਜੀ। ਸੋਚ ਇਸ਼ਨਾਨ ਕਰਨ ਅਬ ਜਾਊਂ। ਹੁਣ ਤੇ ਮੈਂ ਚੱਲਾਂ ਰਾਵੀ ਤੇ ਇਸ਼ਨਾਨ ਕਰਨ, ਤੇ ਕੱਲ ਨੂੰ ਵਾਹਿਗੁਰੂ ਅੱਜ ਸ਼ਾਮ ਨੂੰ ਮੈਂ ਦਿਨ ਢਲੇ ਆਵਾਂਗਾ, ਤੇ ਮੇਰੇ ਆਉਂਦੇ ਨੂੰ ਇਹ ਸਾਰੇ ਕੱਪੜੇ ਤਿਆਰ ਹੋਣੇ ਚਾਹੀਦੇ ਆ। ਹੁਣ ਬਾਬਾ ਬਿਧੀ ਚੰਦ ਜੀ ਦਾ ਹੁਕਮ ਹੈ, ਭਾਈ ਬਹੌੜਾ ਜੀ ਕਿਵੇਂ ਮੋੜ ਸਕਦੇ ਸੀਗੇ? ਹਾਂਜੀ। ਆਛੀ ਬਾਤ ਬਹੋਰੇ ਕਹੀ, ਬਾਬਾ ਬਹੌੜਾ ਜੀ ਕਹਿੰਦੇ 7 ਵਚਨ ਬਾਬਾ ਜੀ, 7 ਵਚਨ। ਹਾਂਜੀ। ਬਨੇ ਤਿਆਰ ਕਿਮ ਬਿਲ ਮੈਂ ਨਹੀਂ, ਕਿਸੇ ਤਰੀਕੇ ਨਾਲ ਦੇਰੀ ਨਹੀਂ ਮੈਂ ਲੱਗਣ ਦਿਆਂਗਾ। ਜਿਵੇਂ ਦੇ ਕੱਪੜੇ ਕਹੇ ਐ ਉਵੇਂ ਦੇ ਹੀ ਤਿਆਰ ਕਰ ਦਿਆਂਗਾ। ਵਿਧੀਏ ਵੱਡੇ ਚਾਦਰੇ ਸੰਗ, ਹਾਂਜੀ। ਕਰੇ ਅਸ਼ਾਦਨ ਸਗਰੇ ਅੰਗ। ਤੇ ਬਾਬਾ ਬਿਧੀ ਚੰਦ ਨੇ ਵੱਡੀ ਚਾਦਰ ਲਈ, ਉਹਦੀ ਬੁੱਕਲ ਮਾਰ ਕੇ ਨਿਕਸਿਓ ਸਦਨ ਗਇਓ ਪੁਰ ਸ਼ੋਰ। ਤੇ ਸਾਧ ਸੰਗਤ ਜੀ ਆਪਣੇ ਘਰੋਂ ਚਲੇ ਗਏ ਰਾਵੀ ਵਾਲੇ ਪਾਸੇ। ਰਾਵੀ ਤੀਰ ਦੂਰ ਕਿਤ ਔਰ, ਹਾਂਜੀ। ਸੋਚ ਇਸ਼ਨਾਨ ਠਾਨ ਕਰ ਬਾਰੀ, ਗੁਰੂ ਗਿਰਾ ਜਪ ਆਦ ਉਚਾਰੀ। ਸਾਰੀ ਦਿਹਾੜੀ ਉੱਥੇ ਫਿਰ ਬਾਬਾ ਜੀ ਬੈਠ ਕੇ ਨਾ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ। ਗੱਜ ਕੇ ਆਖੋ ਵਾਹਿਗੁਰੂ। ਸਾਰੀ ਦਿਹਾੜੀ ਉੱਥੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਜੀ। ਹਾਂਜੀ। 3 ਪਹਿਰ ਪੁਨ ਵਹਿਰ ਬਿਤਾਏ, 3 ਪਹਿਰ ਬਾਹਰ ਬਤੀਤ ਕੀਤੇ। ਹਾਂਜੀ। ਸਦਨ ਬਹੋਰੇ ਪ੍ਰਵੇਸ਼ਿਓ ਆਏ। ਤੇ ਜਦੋਂ ਸ਼ਾਮਾਂ ਦੀਆਂ ਪੈਣੀਆਂ ਸ਼ੁਰੂ ਹੋਈਆਂ ਨਾ, ਤੇ ਬਾਬਾ ਬਿਧੀ ਚੰਦ ਜੀ ਫਿਰ ਆ ਗਏ ਜੀ ਭਾਈ ਬਹੌੜੇ ਦੇ ਘਰ ਵਿੱਚ। ਹਾਂਜੀ। ਮੰਚ ਬਸਾਏ ਸਹਿਤ ਸਨਮਾਨਾ, ਹਾਂਜੀ। ਤਿਆਰ ਆਹਾਰ ਕਰਿਓ ਰਸ ਨਾਨਾ। ਤੇ ਸਾਧ ਸੰਗਤ ਜੀ ਅੱਗੇ ਮੰਜਾ ਢਾਹ ਕੇ ਬਾਬਾ ਬਿਧੀ ਚੰਦ ਜੀ ਨੂੰ ਬਿਠਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਤੇ ਸ਼ਾਮ ਹੋਣ ਤੱਕ ਭਾਈ ਬਹੌੜੇ ਨੇ ਉਹ ਸਾਰੇ ਕੱਪੜੇ ਤਿਆਰ ਕਰਵਾ ਲਏ ਸੀਗੇ। ਛੇਤੀ ਛੇਤੀ ਦਰਜੀ ਲਾਏ, ਨਹੀਂ ਤੇ ਤੁਹਾਨੂੰ ਪਤਾ ਹੀ ਹੈ ਵੀ ਦਰਜੀ ਇੰਨੀ ਛੇਤੀ ਨਹੀਂ ਕੱਪੜਾ ਸੀਂਦੇ। ਪਰ ਉਹ ਛੇਤੀ ਛੇਤੀ ਸਾਰੇ ਕੱਪੜੇ 3 ਚੋਲੇ ਸਵਾ ਲਏ, ਇੱਕ ਉੱਚਾ, ਇੱਕ ਉਹਦੇ ਤੋਂ ਉੱਚਾ, ਇੱਕ ਉਹਦੇ ਤੋਂ ਉੱਚਾ ਜੀ। ਇੱਕ ਪਜਾਮਾ ਸੋਹਣਾ ਸਵਾ ਲਿਆ, ਇੱਕ ਪੱਗ, ਫਿਰ ਜੋੜਾ, ਸਾਰਾ ਕੁਝ ਬਾਬੇ ਬਹੌੜੇ ਨੇ ਤਿਆਰ ਰੱਖਿਆ ਸੀ ਬਾਬਾ ਜੀ ਦੇ ਆਉਣ ਤੱਕ। ਹਾਂਜੀ। ਆਨ ਬਹੋਰੇ ਧਰੀ ਅਗਾਰੀ। ਜਦੋਂ ਬਾਬਾ ਬਿਧੀ ਚੰਦ ਜੀ ਨੇ ਘਰ ਆ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਨਾ, ਤੇ ਭਾਈ ਬਹੌੜੇ ਨੇ ਸਾਰੀਆਂ ਵਸਤੂਆਂ ਬਾਬਾ ਬਿਧੀ ਚੰਦ ਜੀ ਦੇ ਅੱਗੇ ਰੱਖ ਦਿੱਤੀਆਂ। ਵੇਖ ਲਓ, ਇਹ ਨਹੀਂ ਪੁੱਛਿਆ ਵੀ ਕਿਉਂ ਚਾਹੀਦਾ। ਆਖੋ ਵਾਹਿਗੁਰੂ। ਇਹ ਵੀ ਨਹੀਂ ਪੁੱਛਿਆ ਵੀ ਕਿਉਂ ਚਾਹੀਦਾ, ਕੀ ਕਰਨਾ। ਨਹੀਂ ਤਾਂ ਬੰਦਾ 100 ਸਵਾਲ ਪੁੱਛਦਾ ਹੈ ਵੀ ਬਾਬਾ ਜੀ ਤੁਸੀਂ ਤੇ ਇਹੋ ਜਿਹੇ ਕੱਪੜੇ ਪਾਉਂਦੇ ਹੀ ਨਹੀਂ, ਤੇ ਤੁਸੀਂ ਕਿਉਂ ਇਹੋ ਜਿਹੇ ਪਾਉਣ ਲੱਗੇ। 7 ਵਚਨ ਹੀ ਕੀਤਾ ਜੀ, ਤੇ ਚੁੱਪ ਕਰਕੇ ਉਹੋ ਜਿਹੇ ਕੱਪੜੇ ਲਿਆ ਦਿੱਤੇ ਜੀ। ਹਾਂਜੀ। ਇਕ ਪ੍ਰਸੰਨ ਹਵੈ ਖੁਸ਼ੀ ਉਚਾਰੀ। ਬਾਬਾ ਬਿਧੀ ਚੰਦ ਜੀ ਨੇ ਵੇਖਿਆ ਵੀ ਸਭ ਕੁਝ ਠੀਕ ਠਾਕ ਆ ਗਿਆ। ਭੇਸ ਬਦਲਣਾ ਸੀ ਨਾ ਜੀ, ਸਭ ਕੁਝ ਠੀਕ ਠਾਕ ਆ ਗਿਆ। ਬਾਬਾ ਬਿਧੀ ਚੰਦ ਜੀ ਖੁਸ਼ ਹੋਏ, ਤੇ ਖੁਸ਼ ਹੋ ਕੇ ਭਾਈ ਬਹੌੜੇ ਨੂੰ ਕਹਿਣ ਲੱਗੇ, ਸਿੱਖਣ ਕੀ ਸੇਵਾ ਸਿੱਖ ਕਰੈ। ਕਹਿੰਦੇ ਵਾਹ ਵਾਹ ਬਹੌੜਿਆ, ਸਿੱਖਾਂ ਦੀ ਸਿੱਖ ਹੀ ਸੇਵਾ ਕਰਦੇ ਹੁੰਦੇ ਆ। ਆਖੋ ਸਿੱਖਾਂ ਦੀ, ਤੇ ਫਿਰ ਸਿੱਖਾਂ ਨੇ ਹੀ ਸੇਵਾ ਕਰਨੀ ਹੈ।
ਹਾਂਜੀ। ਨਿਜ ਤੇ ਵਦ ਗੁਰ ਲਿਖੇ ਧਰੈ। ਤੇ ਕੋਈ ਗੱਲ ਨਹੀਂ ਬਹੋੜਿਆ, ਜੇ ਕੋਈ ਸਿੱਖ ਦੀ ਸੇਵਾ ਕਰੇ ਨਾ ਤੇ ਗੁਰੂ ਸਾਹਿਬ ਆਪਣੀ ਸੇਵਾ ਤੋਂ ਵੀ ਵੱਧ ਉਹਨੂੰ ਫਲ ਦਿੰਦੇ ਆ। ਇਹ ਬਾਬਾ ਬਿਧੀ ਚੰਦ ਜੀ ਨੇ ਗੱਲ ਕੀਤੀ ਤੇ ਗੱਲ ਪੱਲੇ ਬੰਨ ਲਿਓ ਕਿ ਨਿਜ ਤੇ ਵੱਧ ਲੇਖੇ ਗੁਰ ਧਰੇ। ਕਹਿੰਦੇ ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਸਿੱਖ ਦੀ ਸੇਵਾ ਕਰੋ, ਸਿੱਖਾਂ ਦੀ ਸਿੱਖ ਸੇਵਾ ਕਰਦੇ ਆ। ਤੇ ਜੇ ਕੋਈ ਸਿੱਖ ਦੀ ਸੇਵਾ ਸਿੱਖ ਪ੍ਰੇਮ ਨਾਲ ਕਰੇ ਤੇ ਗੁਰੂ ਸਾਹਿਬ ਨੇ ਜਿਹੜਾ ਆਪਣੀ ਸੇਵਾ ਦਾ ਫਲ ਦੇਣਾ ਹੈ ਨਾ, ਉਹਦੇ ਤੋਂ ਵੀ ਵੱਧ ਫਲ ਦਿੰਦੇ ਆ। ਹਾਂਜੀ। ਮੇਰੋ ਜਾਨ ਮਾਨ ਇਨ ਕੀਨ। ਮਹਾਰਾਜ ਕਹਿੰਦੇ ਵਾਹਿਗੁਰੂ ਬਾਬਾ ਬਿਧੀ ਚੰਦ ਕਹਿੰਦੇ ਬਹੌੜਿਆ, ਤੈਨੂੰ ਪਤਾ ਮਹਾਰਾਜ ਫਲ ਕਿਉਂ ਜ਼ਿਆਦਾ ਦਿੰਦੇ ਆ? ਤੇ ਭਾਈ ਬਹੌੜਾ ਜੀ ਕਹਿੰਦੇ ਬਾਬਾ ਜੀ ਦੱਸ ਦਿਓ। ਉਹ ਕਹਿੰਦੇ ਮਹਾਰਾਜ ਇਸ ਕਰਕੇ ਫਲ ਜ਼ਿਆਦਾ ਦਿੰਦੇ ਆ ਕਿ ਇਸ ਸਿੱਖ ਨੇ ਉਸ ਸਿੱਖ ਦੀ ਸੇਵਾ ਕੀਤੀ ਮੇਰਾ ਸਿੱਖ ਜਾਣ ਕੇ, ਵੀ ਮੇਰਾ ਸਿੱਖ ਹੈ। ਹਾਂਜੀ। ਪਿਖੈ ਭਾਉ ਹੋਏ ਗੁਰੂ ਪ੍ਰਸੀਦ। ਇਸ ਕਰਕੇ ਜਿਹੜਾ ਸਿੱਖ ਸਿੱਖ ਦੀ ਸੇਵਾ ਕਰਦਾ ਹੈ, ਛੇਵੇਂ ਪਾਤਸ਼ਾਹ ਉਹਦੇ ਤੇ ਬੜੇ ਖੁਸ਼ ਹੁੰਦੇ ਆ। ਛੇਵੇਂ ਪਾਤਸ਼ਾਹ ਉਹਦੇ ਤੇ ਬੜੇ ਦਿਆਲੂ ਹੁੰਦੇ ਹੀ। ਹਾਂਜੀ। ਸੁੰਦਰ ਇੱਕ ਗੁੱਛਾ ਸਗਰੀਨ। ਕਹਿੰਦੇ ਹੁਣ ਇੱਕ ਕੰਮ ਹੋਰ ਕਰ ਦੇ। ਬਾਬਾ ਬਹੌੜਾ ਜੀ, ਭਾਈ ਬਹੌੜਾ ਜੀ ਕਹਿੰਦੇ ਵੀ ਕੀ? ਕਹਿੰਦੇ ਇੱਕ ਸੋਹਣਾ ਸੰਗਲੀਆਂ ਦਾ ਗੁੱਛਾ ਲਿਆ ਦੇ ਮੈਨੂੰ, ਸੰਗਲੀਆਂ ਚਾਹੀਦੀਆਂ। ਹਾਂਜੀ। ਦੇਹੋ ਘਰ ਵਾਏ ਲੋਹਾਰ ਪ੍ਰਬੀਨ। ਕਿਸੇ ਸਿਆਣੇ ਲੋਹਾਰ ਦੇ ਕੋਲੋਂ ਕਢਵਾ ਦੇ, ਸੰਗਲੀਆਂ ਦਾ ਗੁੱਛਾ ਕਢਵਾ ਦੇ ਮੈਨੂੰ। ਹਾਂਜੀ। ਪ੍ਰਾਤ ਭਏ ਮੁਝ ਪਾਸ ਪਠਾਵੋ। ਤੇ ਸਵੇਰ ਹੁੰਦਿਆਂ ਹੀ ਮੈਨੂੰ ਸੰਗਲੀਆਂ ਦਾ ਗੁੱਛਾ ਚਾਹੀਦਾ ਹੈ। ਹਾਂਜੀ। ਅਪਰ ਭੇਵ ਨੇ ਕਿਸ ਸੁਣਾਵੋ। ਤੇ ਬਹੌੜੇ ਗੱਲ ਸੁਣ। ਭਾਈ ਬਹੌੜਾ ਜੀ ਕਹਿੰਦੇ ਦੱਸੋ। ਕਹਿੰਦੇ ਕਿਸੇ ਨੂੰ ਨਹੀਂ ਦੱਸਣਾ ਵੀ ਮੈਂ ਤੇਰੇ ਕੋਲੋਂ ਕੱਪੜੇ ਸਵਾਏ ਆ। ਕਿਸੇ ਨੂੰ ਇਹ ਨਹੀਂ ਦੱਸਣਾ ਵੀ ਸੰਗਲੀਆਂ ਦਾ ਗੁੱਛਾ ਬਿਧੀ ਚੰਦ ਨੇ ਮੰਗਵਾਇਆ। ਗੱਲ ਨਹੀਂ ਦੱਸਣੀ ਕਿਸੇ ਨੂੰ। ਹਾਂਜੀ। ਇਮ ਕਹਿ ਪੋਸ਼ਿਸ਼ ਲੀਨ ਵਿਸਾਲਾ। ਉਹ ਭਾਈ ਬਹੌੜਾ ਜੀ ਕਹਿੰਦੇ 7 ਵਚਨ। ਬਾਬਾ ਬਿਧੀ ਚੰਦ ਜੀ ਨੇ ਉਹ ਕੱਪੜੇ ਲੈ ਲਏ। ਤਿਮਰ ਭਏ ਆਇਓ ਧਰਮਸ਼ਾਲਾ। ਰਾਤ ਪਈ ਤੇ ਧਰਮਸ਼ਾਲਾ ਵਿੱਚ ਆ ਗਏ ਆਰਾਮ ਕਰਨ ਲਈ। ਹਾਂਜੀ। ਸੁਪਤ ਹੋਏ ਕਰ ਨਿਸ਼ਾ ਬਿਤਾਈ। ਸੌਂ ਗਏ ਜੀ, ਉੱਥੇ ਆਰਾਮ ਕੀਤਾ। ਸੋਚ ਇਸ਼ਨਾਨ ਕੀਨ ਸਹਸਾਈ। ਅੰਮ੍ਰਿਤ ਵੇਲੇ ਸੌਚ ਇਸ਼ਨਾਨ ਕੀਤਾ। ਸਾਰਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਸੌਚ ਇਸ਼ਨਾਨ ਕਰਕੇ ਤੇ ਬਾਬਾ ਜੀ ਤਿਆਰੀ ਕਰਨ ਲੱਗੇ ਜੀ। ਸੁਣਿਓ, ਨਜੂਮੀ ਵਾਲਾ ਭੇਖ ਬਣਾਇਆ ਬਾਬਾ ਜੀ ਨੇ। ਗੱਜ ਕੇ ਆਖੋ ਵਾਹਿਗੁਰੂ। ਨਜੂਮੀ ਵਾਲਾ ਭੇਖ ਬਣਾਇਆ। ਤੇ ਕਿਹੋ ਜਿਹਾ ਰੂਪ ਬਣਾਇਆ ਉਹ ਸੁਣੋ। ਆਨ ਆਪਣਾ ਭੇਸ ਬਣਾਇਓ। ਚਾਰ ਚਕਰ ਚੋ ਪਰ ਚਮਕਾਇਓ। ਦਸਤਾਰਾ ਨਹੀਂ ਸਜਾਇਆ ਪਹਿਲਾਂ, ਦਸਤਾਰਾ ਬਾਅਦ ਚੋਂ। ਪਹਿਲਾਂ ਕੇਸ ਐ ਚੋਪੜ ਕੇ ਨਾ, ਐ ਤੇਲ ਲਾ ਕੇ ਚਾਰ ਚਿਕਰ ਚੋਪਰ ਚਮਕਾਇਓ। ਐ ਕੇਸਾਂ ਨੂੰ ਚਮਕਾਇਆ ਬਾਬਾ ਬਿਧੀ ਚੰਦ ਜੀ ਨੇ ਜੀ। ਫਿਰ ਉਹਨਾਂ ਨੂੰ ਹੇਠਾਂ ਨੂੰ ਲਮਕਾ ਲਿਆ ਜੀ। ਐ ਚੋਪੜ ਕੇ ਨਾ ਕੇਸ ਚਮ ਕਰਦੇ ਜੀ। ਤੇਲ ਲਾ ਦਈਏ ਵੈਸੇ ਚਮਕਣ ਲੱਗ ਪੈਂਦੇ ਜੀ। ਹਾਂਜੀ। ਸਾਫ ਸ਼ਮਸ਼ ਕੇ ਕਰ ਵਿੱਚ ਚੀਰੇ। ਫਿਰ ਦਾੜਾ ਐ ਪਹਿਲਾਂ ਉਹਨੂੰ ਇਸ਼ਨਾਨ ਕਰਕੇ ਦਾੜੇ ਨੂੰ ਵਾਹਿਆ ਤੇ ਵਾਹ ਕੇ ਭਾਵ ਉਹਦੇ ਚ ਕੰਘਾ ਕਰਕੇ ਫਿਰ ਦਾੜੇ ਵਿੱਚੋਂ ਚੀਰ ਕੱਢਿਆ ਬਾਬਾ ਜੀ ਨੇ ਜੀ। ਹਾਂਜੀ। ਦਿਸ਼ ਦੋਨੋਂ ਕਰਨੰਤ ਉਚੀਰੇ। ਆਹ ਗੱਜ ਕੇ ਆਖੋ ਵਾਹਿਗੁਰੂ। ਤੇ ਦਾੜਾ ਇੰਜ ਕਰਕੇ ਨਾ ਤੇ ਕੰਨਾਂ ਤੱਕ ਕੁੰਡ ਉਹਨੂੰ ਤਾਂ ਨੂੰ ਕਰ ਲਿਆ ਜੀ ਬਾਬਾ ਜੀ ਨੇ। ਗੱਜ ਕੇ ਆਖੋ। ਐ ਕੇਸ ਚੋਪੜ ਲਏ, ਲਮਕਾ ਲਏ, ਦਾੜੇ ਦਾ ਚੀਰ ਕੱਢ ਕੇ ਤੇ ਉਹ ਐ ਕੰਨਾਂ ਤੱਕ ਉੱਚੇ ਕੀਤੇ ਜੀ। ਤੇ ਵਿੱਚੋਂ ਠੋਡੀ ਵਿਖਦੀ ਸੀ ਬਾਬਾ ਬਿਧੀ ਚੰਦ ਜੀ ਦੀ ਜੀ। ਉਹ ਕੁਦਰਤੀ ਜਦੋਂ ਚੀਰ ਕੱਢਾਂਗੇ ਠੋਡੀ ਤੇ ਵਿਖੇਗੀ ਵਿੱਚੋਂ ਜੀ। ਹਾਂਜੀ। ਚਿਬਕ ਸਥਲ ਕੋ ਕਾਢ ਦਿਖਾਵਾ। ਐ ਚਿਬਕ ਸਥਲ ਕੋ ਕਾਢ ਦਿਖਾਵਾ। ਠੋਡੀ ਕੱਢ ਕੇ ਵਿੱਚੋਂ ਵਿਖਾਈ ਜੀ ਬਾਬਾ ਜੀ ਨੇ। ਹਾਂਜੀ। ਜੁਗ ਮੂਛਨ ਕਰ ਊਚ ਮਿਲਾਵਾ। ਫਿਰ ਦੋਵੇਂ ਮਛਹਿਰੇ ਐ ਤਾਂ ਨੂੰ ਕਰਕੇ ਉੱਚੇ ਤੇ ਮਿਲਾ ਲਏ ਬਾਬਾ ਬਿਧੀ ਚੰਦ ਜੀ ਨੇ ਜੀ। ਐ ਦਾੜਾ ਇੱਥੋਂ ਤਾਂ ਨੂੰ ਤੇ ਸਾਧ ਸੰਗਤ ਜੀ ਮਛਹਿਰੇ ਇੱਥੋਂ ਤਾਂ ਨੂੰ ਜੀ। ਹਾਂਜੀ। ਪੂਰਬ ਪਹਿਰ ਪਿਰਾਹਣ ਨੀਵਾ। ਤੇ ਸਭ ਤੋਂ ਪਹਿਲਾਂ ਵੱਡਾ ਚੋਲਾ ਪਾ ਲਿਆ ਜੀ। ਉਹ ਜਿਹੜਾ ਜ਼ਿਆਦਾ ਲੰਬਾ ਗੋਡਿਆਂ ਤੋਂ ਹੇਠਾਂ ਤੱਕ ਸਵਾਇਆ ਗਿਆ।
ਹਾਂਜੀ। ਬਹੁਰ ਦੂਸਰੋ ਪਹਿਰ ਉਚੀਵਾ। ਫਿਰ ਉਹਦੇ ਉੱਤੇ ਦੂਜਾ ਵੀ ਪਾ ਲਿਆ ਜੀ। ਹਾਂਜੀ। ਅਲਪ ਸਬਨ ਕੇ ਉਪਰ ਪਾਏ। ਤੇ ਇੱਕ ਜਿਹੜਾ ਸਭ ਤੋਂ ਛੋਟਾ ਤੀਜਾ ਸਵਾਇਆ ਸੀ ਉਹਦੇ ਤੋਂ ਉੱਤੇ ਪਾ ਲਿਆ ਜੀ। ਤਿੰਨ ਤਿੰਨ ਝੋਲੇ ਪਾਲੇ ਬਾਬਾ ਵਿਧੀ ਚੰਦ ਜੀ ਨੇ ਜੀ। ਹਾਂਜੀ। ਉਤਰੋਤਰ ਤਬ ਕੀਨ ਬਣਾਏ। ਤੇ ਉਤਰੋਤਰ ਤਬ ਕੀਨ ਬਣਾਏ, ਗੱਜ ਕੇ ਆਖੋ ਵਾਹਿਗੁਰੂ। ਇੱਕ ਦੂਜੇ ਦੇ ਉੱਤੇ ਤਿੰਨੋਂ ਹੀ ਝੋਲੇ ਪਾਲੇ ਜੀ। ਹਾਂਜੀ। ਚੋਰੀ ਤਰਾ ਬੰਦ ਦਸਤਾਰ। ਤੇ ਫਿਰ ਚੌੜੀ ਪੱਗ ਬੰਨ ਲਈ ਜੀ ਸੀਸ ਤੇ। ਚੌੜੀ ਪੱਗ ਆਪਾਂ ਕਈ ਤਿੱਖੀ ਬੰਨਦੇ ਆ, ਕਈ ਗੋਲ ਬੰਨਦੇ ਆ, ਤੇ ਬਾਬਾ ਵਿਧੀ ਚੰਦ ਜੀ ਨੇ ਚੌੜੀ ਜੀ ਦਸਤਾਰ ਸਜਾ ਲਈ ਜੀ। ਹਾਂਜੀ। ਸਿਪਰ ਸਮਾਨ ਸੋ ਕੀਨ ਆਕਾਰ। ਉਹਦਾ ਐ ਉੱਚੀ ਕਰ ਲਈ ਵੀ ਜਿਵੇਂ ਢਾਲ ਹੁੰਦੀ ਹੈ ਜੀ, ਇਸ ਤਰੀਕੇ ਨਾਲ ਦਸਤਾਰ ਸਜਾ ਲਈ। ਪਾਏ ਨ ਪਰਮ ਪਜਾਮਾ ਪਾਇਓ। ਤੇ ਫਿਰ ਪਜਾਮਾ ਵੀ ਪਾ ਲਿਆ ਜੀ, ਪਜਾਮਾ ਵੀ ਸਵਾਇਆ ਸੀ। ਹਾਂਜੀ। ਬੰਦ ਇਜ਼ਾਰ ਬੰਦ ਦਿਖਰਾਇਓ। ਤੇ ਐ ਇਜ਼ਾਰ ਬੰਦ ਨਾਲੇ ਨੂੰ ਕਹਿੰਦੇ ਐ ਬੰਨ ਕੇ ਕੱਸ ਕੇ ਪੂਰੇ ਤਿਆਰ ਬਰ ਤਿਆਰ ਹੋ ਗਏ ਬਾਬਾ ਵਿਧੀ ਚੰਦ ਜੀ। ਹਾਂਜੀ। ਜੋਰਾ ਨੋਕਦਾਰ ਪਗ ਪਹਿਰਾ। ਤੇ ਉਹ ਜਿਹੜੀ ਲੱਕੀ ਜੁੱਤੀ ਮੰਗਵਾਈ ਸੀ ਤਿੱਲੇ ਦੀ ਕਢਾਈ ਵਾਲੀ, ਉਹ ਵੀ ਪਾ ਲਈ। ਹਿੰਦੁਸਤਾਨੀ ਬਨ ਕੇ ਗਹਿਰਾ। ਤੇ ਇਹ ਹਿੰਦੁਸਤਾਨੀ ਲਿਬਾਸ ਪਾ ਲਿਆ ਜੀ। ਕਈ ਮਾਰਵਾੜੀ ਰਾਜੇ ਵੀ ਇਹੋ ਜਿਹਾ ਲਿਬਾਸ ਪਾਉਂਦੇ ਆ ਜੀ। ਹਾਂਜੀ। ਬੈਠਿਓ ਹੁਤੋ ਸੰਗਰੀ ਆਈ। ਤੇ ਅਜੇ ਬੈਠੇ ਹੀ ਸੀਗੇ ਧਰਮਸ਼ਾਲਾ ਵਿੱਚ ਤਿਆਰ ਹੋ ਕੇ, ਤੇ ਭਾਈ ਬਹੌੜਾ ਲੱਭੇ ਵੀ ਬਾਬਾ ਵਿਧੀ ਚੰਦ ਕਿੱਥੇ ਨੇ। ਅੱਜ ਕੇ ਆਖੋ। ਪਰ ਕੱਪੜੇ ਜੋੜਾ ਤੇ ਆਪ ਲਿਆਂਦਾ ਸੀ ਨਾ ਜੀ, ਤੇ ਉਹਨਾਂ ਨੇ ਪਛਾਣਿਆ ਵੀ ਬਾਬਾ ਵਿਧੀ ਚੰਦ ਤੇ ਆਪ ਬੈਠੇ ਆ। ਉਹ ਵੀ ਨਹੀਂ ਪਛਾਣ ਸਕੇ ਜੀ। ਇਹੋ ਜਿਹਾ ਰੂਪ ਬਾਬਾ ਵਿਧੀ ਚੰਦ ਜੀ ਨੇ ਬਣਾ ਲਿਆ। ਲੈ ਕਰ ਵਿਖੇ ਅਗਰ ਲਟਕਾਈ। ਤੇ ਸਾਧ ਸੰਗਤ ਜੀ ਉਹ ਸੰਗਲੀ ਫੜ ਕੇ ਆਪਣੇ ਇੱਥੇ ਅਗਲੇ ਪਾਸੇ ਲਟਕਾ ਲਈ ਜੀ। ਹਾਂਜੀ। ਸਨੈ ਸਨੈ ਪਗ ਧਰੈ ਅਗਾਰੀ। ਲਓ ਜੀ, ਹੁਣ ਬਾਬਾ ਵਿਧੀ ਚੰਦ ਜੀ ਗਲੀ ਦੇ ਵਿੱਚ ਤੁਰਨ ਲੱਗੇ ਆ। ਸਹਿਜੇ ਸਹਿਜੇ ਤੁਰਦੇ ਆ। ਗਰੀਬ ਬਾਜ਼ਾਰਨ ਕੇਰ ਮਝਾਰੀ। ਗਲੀਆਂ 'ਚ ਬਾਜ਼ਾਰਾਂ 'ਚ ਸਹਿਜੇ ਸਹਿਜੇ ਪੈਰ ਧਰਦੇ ਆ। ਦ੍ਰਿਸ਼ਟ ਚੰਚਲ ਧੀਰਜ ਧਾਰੀ। ਤੇ ਜਿਹੜੀ ਦ੍ਰਿਸ਼ਟੀ ਹੈ ਨਾ, ਇਹਨੂੰ ਅਚੰਚਲ ਕੀਤਾ, ਭਾਵ ਟਿਕਾਇਆ ਹੋਇਆ। ਬੜਾ ਧੀਰਜ ਧਾਰ ਕੇ ਹੌਲੀ ਹੌਲੀ ਤੁਰਦੇ ਆ, ਵੀ ਜਿਵੇਂ ਬੜਾ ਦਾਨਾ ਸਿਆਣਾ ਪੁਰਸ਼ ਹੁੰਦਾ ਕੋਈ ਜੀ। ਹਾਂਜੀ। ਸੂਸ਼ਮ ਸ਼ਰੀ ਖਰੀ ਦੁਤਵਾਰੀ। ਤੇ ਇੱਕ ਨਾ ਸੂਛਮ ਛੜੀ ਸੋਹਣੀ ਲੱਕੜ ਫੜ ਲਈ ਜੀ, ਆਪਣੇ ਹੱਥ ਵਿੱਚ ਸੋਟਾ ਫੜ ਲਿਆ। ਇਹਨੂੰ ਸਾਧ ਸੰਗਤ ਜੀ ਉਸ ਸਮੇਂ ਪੂਰਬੀਏ ਰਮੀਏ ਦਾ ਭੇਸ ਕਹਿੰਦੇ ਆ ਜੀ। ਹਾਂਜੀ। ਨਰਨ ਅਜਾਇਬ ਬੇਸ ਨਿਹਾਰਾ। ਇੱਕ ਹਿਸਾਬ ਦੇ ਰਮਲੀ ਬਣ ਗਏ, ਰਮਲੀ ਦਾ ਭੇਸ ਬਣਾ ਲਿਆ। ਨਜੂਮੀ ਵੀ ਕਹਿੰਦੇ ਆ, ਪੁੱਛਾਂ ਦੇਣ ਵਾਲੇ ਜੀ। ਗੱਜ ਕੇ ਆਖੋ। ਲੋਕਾਂ ਨੇ ਵੇਖਿਆ ਵੀ ਇਹੋ ਜਿਹਾ ਬੰਦਾ ਲਾਹੌਰ ਦੇ ਬਾਜ਼ਾਰਾਂ ਵਿੱਚ ਤਾਂ ਪਹਿਲਾਂ ਨਹੀਂ ਕਦੀ ਵੇਖਿਆ। ਹਾਂਜੀ। ਹੇਰਨ ਹੇਤ ਆਏ ਚਲ ਲਾਰਾ। ਉਹ ਫਿਰ ਤੁਹਾਨੂੰ ਪਤਾ ਲੋਕਾਂ ਦੇ ਸਮੂਹ ਲੈਣਾ ਬਣਾ ਕੇ ਵੇਖਣ ਬਾਬੇ ਵਿਧੀ ਚੰਦ ਨੂੰ ਵੀ ਇਹ ਕੌਣ ਆਇਆ। ਇੱਥੇ ਵੀ ਕੋਈ ਵੱਖਰਾ ਜਿਹਾ ਬੰਦਾ ਆ ਜੇ ਤਾਂ ਸਾਰੇ ਕਥਾ ਛੱਡ ਕੇ ਉਹਦੇ ਵੱਲ ਵੇਖਦੇ ਪਹਿਲਾਂ। ਉਹ ਸਾਰੇ ਵੇਖਣ ਜੀ ਉਹਦੇ ਵੱਲ। ਹਾਂਜੀ। ਕੌਣ ਦੇਸ਼ ਤੇ ਇਹ ਚੱਲ ਆਇਓ। ਤੇ ਵੇਖਦੇ ਵੀ ਇਹ ਕਿਹੜੇ ਦੇਸ਼ ਤੋਂ ਚੱਲ ਕੇ ਆਇਆ, ਇਹ ਕੌਣ ਆ ਭਾਈ। ਹਾਂਜੀ। ਆਗੇ ਪੁਰ ਮੈਂ ਨਹਿ ਦਰਸਾਇਓ। ਅੱਗੇ ਤੇ ਕਦੀ ਨਹੀਂ ਇਹਨੂੰ ਵੇਖਿਆ। ਹਾਂਜੀ। ਕੇ ਚਿਤ ਬੂਝਤ ਹੈ ਹੋਏ ਪਾਸ। ਤੇ ਕਈ ਬੰਦੇ ਨਾ ਫਿਰ ਬਾਬਾ ਵਿਧੀ ਚੰਦ ਜੀ ਦੇ ਕੋਲ ਹੋ ਕੇ ਪੁੱਛਦੇ ਆ, ਕੌਣ ਨਾਮ ਅਰ ਕਹਾਂ ਨਿਵਾਸ। ਕਹਿੰਦੇ ਭਾਈ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਕਿੱਥੇ ਰਹਿਣਾ ਹੁੰਨਾ। ਹਾਂਜੀ। ਸਾਹਿਬ ਲੋਕ ਦੂਰ ਹਮ ਦੇਸ਼। ਆਖੋ ਵਾਹਿਗੁਰੂ। ਤੇ ਬਾਬਾ ਵਿਧੀ ਚੰਦ ਜੀ ਨੂੰ ਗੱਲਾਂ 'ਚ ਕੋਈ ਹਰਾ ਥੋੜੀ ਸਕਦਾ ਜੀ। ਬਾਬਾ ਜੀ ਕਹਿਣ ਲੱਗੇ ਅਸੀਂ ਸਾਹਿਬ ਲੋਕ ਹੁੰਨੇ ਆ, ਮਾਲਕ ਬੰਦੇ ਆ ਗਏ ਅਸੀਂ ਸਾਹਿਬ ਲੋਕ ਹੁੰਨੇ ਆ, ਤੇ ਬੜੇ ਦੂਰ ਹੈ ਸਾਡਾ ਦੇਸ਼। ਹਾਂਜੀ। ਗੁਣੀ ਮਹਾ ਗੁਣ ਤਰੈ ਵਿਸ਼ੇਸ਼। ਆਪੇ ਹੀ ਆਪਣੇ ਆਪ ਨੂੰ ਕਹੀ ਜਾਣ, ਕਹਿੰਦੇ ਅਸੀਂ ਬੜੇ ਗੁਣੀ ਪੁਰਸ਼ ਆ, ਬੜੇ ਗੁਣ ਨੇ ਸਾਡੇ ਵਿੱਚ। ਆਪਣੇ ਆਪ ਨੂੰ ਨਾ ਵਿਸ਼ੇਸ਼ਣ ਲਾਉਣ ਦੀ। ਇੱਕ ਵਚਨ ਨਾ ਵਰਤਣ, ਬਹੁ ਵਚਨ ਵਰਤਨ। ਇਹ ਵੀ ਕਹਿ ਸਕਦੇ ਵੀ ਮੈਂ ਬੜਾ ਗੁਣੀ ਆ, ਪਰ ਕਹਿੰਦੇ ਨਹੀਂ, ਕਹਿੰਦੇ ਅਸੀਂ ਬੜੇ ਗੁਣੀ ਆ ਤੇ ਸਾਡੇ ਵਿੱਚ ਤੇ ਬੜੇ ਗੁਣ ਨੇ। ਹਾਂਜੀ। ਧੀਰਜ ਸਹਿਤ ਕਹਿਤ ਇਮ ਜਾਏ। ਇਹ ਬੜੇ ਧੀਰਜ ਨਾਲ ਹੌਸਲੇ ਨਾਲ ਗੱਲ ਕਰਦੇ ਜੀ। ਚੇਤਾ ਰੱਖਿਓ
ਸਵਾਲ ਪੁੱਛੋ ਕਿਸੇ ਨੂੰ, ਅਗਲਾ ਨਰਵਸ ਹੋਵੇ, ਸਮਝੋ ਕੱਚਾ ਹੈਗਾ। ਆਖੋ ਵਾਹਿਗੁਰੂ। ਤੇ ਬਹੁਤਾ ਹੀ ਕਾਲਾ ਹੋਵੇ ਤਾਂ ਵੀ ਕੱਚਾ ਜੇ, ਜਿਹੜਾ ਧੀਰਜ ਨਾਲ ਉੱਤਰ ਦਵੇ ਸਮਝੋ ਵੀ ਇਹਦੇ ਪੱਲੇ ਕੁਝ ਹੈਗਾ। ਬਾਬਾ ਜੀ ਬੜੇ ਹੌਸਲੇ ਨਾਲ ਉੱਤਰ ਦਿੰਦੇ ਆ। ਹਾਂਜੀ। ਜਹਾਂ ਦੁਰਗ ਕੋ ਪੋਰ ਸੁਹਾਏ। ਤੇ ਕਰਦਿਆਂ ਕਰਦਿਆਂ ਹੌਲੀ ਹੌਲੀ ਪੈਰ ਧਰਦਿਆਂ ਝੂਮਦਿਆਂ ਬਾਬਾ ਬਿਧੀ ਚੰਦ ਜੀ ਉੱਥੇ ਪਹੁੰਚ ਗਏ ਜਿੱਥੇ ਕਿਲੇ ਦਾ ਵੱਡਾ ਦਰਵਾਜ਼ਾ ਹੈ। ਹੇਰਨ ਹੇਤ ਅਨਿਕ ਨਰ ਸੰਗ। ਉਹ ਲੋਕੀ ਬੜੇ ਨਾਲ ਨਾਲ ਤੁਰੇ ਫਿਰਨ, ਵੱਖਰਾ ਹੀ ਬੰਦਾ ਆਇਆ ਕਹਿੰਦੇ। ਹਾਂਜੀ। ਚਲਿਓ ਜਾਤ ਕਰ ਗਰੀਬ ਉਤੰਗ। ਤੇ ਬਾਬਾ ਜੀ ਧੌਣ ਉੱਪਰ ਚੁੱਕੀ ਹੈ, ਤੁਰੇ ਜਾਂਦੇ ਆ, ਤੇ ਜੀ ਕਰੇ ਤੇ ਧੌਣ ਨੀਵੀਂ ਕਰਕੇ ਵੀ ਤੁਰੇ ਜਾਂਦੇ ਆ। ਵੱਖਰਾ ਹੀ ਭੇਸ ਬਣਾ ਲਿਆ। ਹਾਂਜੀ। ਦੋਹਰਾ ਦੁਰਗ ਪੋਰ ਕੇ ਨਿਕਟ ਇੱਕ ਕੰਧ ਉਚੇਰੀ ਥੋਰ। ਕਿਲੇ ਦੇ ਸਾਹਮਣੇ ਇੱਕ ਉੱਚੀ ਕੰਧ ਬਣੀ ਸੀਗੀ ਜੀ, ਜਿੱਥੇ ਆਮ ਹੀ ਲੋਕ ਬਹਿ ਜਾਂਦੇ ਸਨ। ਹਾਂਜੀ। ਤਿਸ ਪਰ ਚੜ ਬੈਠੇ ਉਸ ਮਤ ਦਾਵ ਕਰਨ ਕੋ ਔਰ। ਧੰਨ ਬਾਬਾ ਬਿਧੀ ਚੰਦ ਜੀ, ਬਾਹਰੋਂ ਰੂਪ ਬਣਾਇਆ ਹੋਰ, ਅੰਦਰੋਂ ਛੇਵੇਂ ਪਾਤਸ਼ਾਹ ਨੂੰ ਯਾਦ ਕਰਨ ਦੇ। ਮਹਾਰਾਜ ਮਿਹਰ ਕਰਿਓ, ਕਿਰਪਾ ਕਰਿਓ। ਤੇ ਕੰਧ ਦੇ ਉੱਤੇ ਬੈਠ ਕੇ ਦਾ ਸੋਚਦੇ ਆ ਵੀ ਹੁਣ ਕੀ ਦਾ ਵਰਤਾਂ। ਹਾਂਜੀ। ਚੌਪਈ ਭਲੇ ਭਲੇ ਕੇ ਤਿਕ ਨਰ ਆਏ। ਤੇ ਭਲੇ ਭਲੇ ਜੇ ਲੋਕ, ਸਿਆਣੇ ਸਿਆਣੇ ਬੰਦੇ ਉਥੇ ਬਾਬਾ ਬਿਧੀ ਚੰਦ ਜੀ ਦੇ ਲਾਗੇ ਆ ਗਏ। ਤਿਨ ਬੂਝਿਓ ਸਭ ਕਹਿਤ ਸੁਣਾਏ। ਉਹ ਪੁੱਛਦੇ ਆ ਵੀ ਕਿੱਥੋਂ ਆਏ ਜੇ ਫਕੀਰ ਜੀ, ਕਿੱਥੋਂ ਆਏ ਹੋ। ਹਾਂਜੀ। ਖੋਜੀ ਗਣਕ ਗੁਣੀ ਵੱਡ ਮੈਂ ਹਾਂ। ਵਾਹ ਵਾਹ। ਆਖੋ ਵਾਹਿਗੁਰੂ। ਵਾਹਿਗੁਰੂ। ਪੁੱਛਦੇ ਕੌਣ ਆ, ਕੌਣ ਹੋ ਤੁਸੀਂ। ਤੇ ਬਾਬਾ ਬਿਧੀ ਚੰਦ ਜੀ ਏਦਾਂ ਹੱਥ ਤਾਂ ਕਰਕੇ ਕਹਿੰਦੇ ਅਸੀਂ ਬੜੇ ਵੱਡੇ ਖੋਜੀ ਆ ਕਹਿੰਦੇ। ਫਿਰ ਕਹਿੰਦੇ ਅਸੀਂ ਬੜੇ ਵੱਡੇ ਜੋਤਸ਼ੀ ਹੈਗੇ ਆ ਕਹਿੰਦੇ, ਜੋਤਿਸ਼ ਲਾਉਣਾ ਆਉਂਦਾ। ਅਸੀਂ ਬੜੇ ਵੱਡੇ ਗੁਣੀ ਪੁਰਸ਼ ਹੈਗੇ ਆ, ਖੋਜੀ ਆ, ਜੋਤਸ਼ੀ ਆ, ਗੁਣੀ ਹੈਗੇ ਆ ਅਸੀਂ। ਹਾਂਜੀ। ਗਈ ਵਸਤ ਕੋ ਸੋਧ ਬਤੈ ਹੋ। ਤੇ ਹੋਰ ਸੁਣੋ, ਕਿਸੇ ਦੀ ਕੋਈ ਚੀਜ਼ ਗਵਾਚ ਗਈ ਹੋਵੇ ਨਾ ਤੇ ਥਾਂ ਸੁੰਘ ਕੇ ਹੀ ਦੱਸ ਦਿੰਦੇ ਆ। ਆਖੋ ਵਾਹਿਗੁਰੂ। ਥਾਂ ਸੁੰਘ ਕੇ ਦੱਸ ਦਿੰਦੇ ਚੀਜ਼ ਕਿੱਥੇ ਗਈ ਹੈ। ਹਾਂਜੀ। ਕੇ ਚਿਤ ਭਾਖਤ ਗਇਓ ਹਮਾਰੋ। ਤੇ ਉਹ ਕਈ ਫਿਰ ਲੋਕ ਕਹਿਣ ਲੱਗੇ ਮੇਰੀ ਫਲਾਣੀ ਚੀਜ਼ ਗਵਾਚ ਗਈ, ਮੇਰੀ ਫਲਾਣੀ ਚੀਜ਼ ਗਵਾਚ ਗਈ। ਦੇਹੋ ਬਤਾਏ ਜੇ ਗਣਕ ਉਚਾਰੋ। ਕਹਿੰਦੇ ਜੋਤਿਸ਼ ਲਾ ਕੇ ਦੱਸੋ ਹਾਂ ਸਾਡੀ ਚੀਜ਼ ਕਿੱਥੇ ਗਈ ਹੈ। ਹਾਂਜੀ। ਸੁਣ ਕਰ ਸੰਗਰੀ ਹਾਥ ਲਗਾਵੇ। ਹਾਂਜੀ। ਸੂੰਗਤ ਤਿਸਕੋ ਬਹੁਰ ਬਤਾਵੇ। ਤੇ ਸਾਧ ਸੰਗਤ ਜੀ ਉਹ ਸੰਗਲੀਆਂ ਫੜੀਆਂ ਸੀ ਨਾ, ਤੇ ਮਸ਼ਹਿਰੇ ਤਾਂ ਇੱਥੋਂ ਦਾੜਾ ਵੀ ਤਾਂ ਨੂੰ ਕੀਤਾ, ਤੇ ਸੰਗਲੀਆਂ ਨੱਕ ਲਾਗੇ ਕਰਕੇ ਨਾ ਬਾਬਾ ਜੀ ਸੁੰਘ ਕੇ ਦੱਸਣ ਤੇਰਾ ਧਨ ਇੱਥੇ ਚਲੇ ਗਿਆ, ਤੇਰਾ ਧਨ ਇੱਥੇ ਚਲੇ ਗਿਆ। ਲੋਕਾਂ ਦਾ ਕੀ, ਲੋਕੀ ਮੰਨੀ ਗਏ ਜੀ। ਉਹ ਮਹਾਰਾਜ ਨੇ ਵਰਜੂ ਦਿੱਤਾ ਸੀਗਾ ਵੀ ਜੋ ਕਹੇਗਾ ਸਾਰੇ 7 ਵਚਨ ਹੀ ਕਰਨਗੇ। ਹਾਂਜੀ। ਵੱਡੇ ਉਪਾਏ ਕਰੇ ਧਨ ਪਾਇਓ। ਹਾਂਜੀ। ਬਿਖਮ ਸਥਾਨ ਗਇਓ ਕਿਤ ਧਾਇਓ। ਤੇ ਉਹ ਵੇਖੋ ਜੀ, ਮਾਇਆ ਤਾਂ ਥੋੜੀ ਬਹੁਤੀ ਸਭ ਦੀ ਗਵਾਚੀ ਹੁੰਦੀ ਹੈ ਜੀ। ਹਾਂਜੀ। ਉਹ ਬਾਬਾ ਜੀ ਨਾ ਸੰਗਲੀ ਸੁੰਘ ਕੇ ਜਿਹੜਾ ਬਹੁਤਾ ਜਾ ਉਦਾਸ ਵਿਖੇ ਕਹਿੰਦੇ ਮੈਨੂੰ ਪਤਾ ਤੂੰ ਬੜੀ ਮਿਹਨਤ ਨਾਲ ਪੈਸਾ ਜੋੜਿਆ ਸੀ, ਤੇਰਾ ਪੈਸਾ ਗਵਾਚ ਗਿਆ। ਹਾਂਜੀ। ਕਹਿ ਕੋ ਕੁਛ ਕਹਿ ਕੋ ਕੁਛ ਕਹੈ। ਕਿਸੇ ਕੋ ਕੁਛ ਕਿਸੇ ਕੋ ਕੁਛ ਕਹੈ। ਕਿਸੇ ਨੂੰ ਕੁਛ ਕਹੀ ਜਾਣ, ਕਿਸੇ ਨੂੰ ਕੁਛ ਕਹੀ ਜਾਣ। ਇਹਨੂੰ ਸਾਡੇ ਕਹਿੰਦੇ ਪੁੱਛਾਂ ਦੇਣੀਆਂ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਇਹਨੂੰ ਕਹਿੰਦੇ ਪੁੱਛਾਂ ਦੇਣੀਆਂ ਜੀ। ਕਿਸੇ ਨੂੰ ਕੁਝ ਕਹੀ ਜਾਣ, ਕਿਸੇ ਨੂੰ ਕੁਝ ਕਹੀ ਜਾਣ। ਲੋਕੀ ਭੋਲੇ ਭਾਲੇ ਠੀਕ ਹੈ ਜੀ, 7 ਵਚਨ ਆ ਜੀ। ਹਾਂਜੀ। ਸੁਨ ਸੁਨ ਲੋਕ ਚੰਪੋ ਲਹੈ। ਉਹ ਲੋਕ ਬੜੇ ਹੈਰਾਨ ਹੋਣ। ਹਾਂਜੀ। ਹੇਰਨ ਵੇਸ਼ ਹੇਤ ਬਹੁ ਮਿਲੇ। ਹਾਂਜੀ। ਖਰੇ ਕਿਤਕ ਬਾਤਨ ਰਸ ਢਲੇ। ਕਈ ਤੇ ਬਾਬਾ ਬਿਧੀ ਚੰਦ ਜੀ ਦਾ ਪਹਿਰਾਵਾ ਵੇਖਣ ਵਾਸਤੇ ਹੀ ਖਲੋਤੇ ਸੀਗੇ ਲਾਗੇ, ਅਜੀਬ ਪਹਿਰਾਵਾ ਬਣਾਇਆ। ਕਈ ਫਿਰ ਗੱਲਾਂ ਦਾ ਰਸ ਲੈਣ ਵਾਸਤੇ ਲਾਗੇ ਖਲੋਤੇ ਸੀਗੇ। ਹਾਂਜੀ। ਬੈਠ ਦਿਖਾਵਤ ਆਪਾ ਉੱਚੇ। ਤੇ ਬਾਬਾ ਜੀ ਉੱਚੀ ਥਾਂ ਤੇ ਬੈਠੇ ਆਪਣਾ ਆਪਾ ਵਿਖਾਉਂਦਾ ਸੀ, ਸੰਗਲੀਆਂ ਖੜਕਾ ਦਿੰਦੇ ਸੀ।
ਕੋਈ ਬਹੁਤਾ ਨੇੜੇ ਹੁੰਦਾ ਨਾ, ਸੰਗਲੀਆਂ ਐ ਕਰਦੇ ਸੀਗੇ, ਉਹ ਸਾਰੇ ਦੂਰ ਦੂਰ ਹੋ ਜਾਂਦੇ ਸਨ। ਹਾਂਜੀ, ਲੱਗੇ ਬਿਲੋਕਨ ਤੈਂ ਜੋ ਪਹੁੰਚੇ। ਬਾਕੀ ਉੱਥੇ ਹੌਲੀ ਹੌਲੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਤੁਸੀਂ ਝੂਠ ਸੱਚ ਬੋਲ ਕੇ ਪੁੱਛਾਂ ਦੇਣੀਆਂ ਸ਼ੁਰੂ ਹੋ ਜਾਓ, ਐ ਲੰਮੀ ਗੱਡੀਆਂ ਦੀ ਲਾਈਨ ਲੱਗ ਜੇਗੀ। ਆਖੋ ਵਾਹਿਗੁਰੂ। ਇਹ ਕੋਈ ਔਖਾ ਕੰਮ ਨਹੀਂ ਹੈਗਾ। ਹਾਂਜੀ, ਚਾਰ ਮੁਕਰ ਇੱਕ ਧਰਿਓ ਅਗਾਰੇ। ਤੇ ਬਾਬਾ ਜੀ ਨੇ ਫਿਰ 4 ਸ਼ੀਸ਼ੇ ਵੀ ਰੱਖੇ ਸੀ। ਇੱਕ ਸੋਹਣਾ ਸ਼ੀਸ਼ਾ ਸਾਹਮਣੇ ਰੱਖਿਆ, ਬਾਰ ਬਾਰ ਮੁਖ ਚਾਰ ਨਿਹਾਰੇ। ਬਾਰ ਬਾਰ ਆਪਣਾ ਚਿਹਰਾ ਵੇਖਿਆ ਕਰਨ ਜੀ, ਬਾਰ ਬਾਰ ਦਾੜਾ ਸਹੀ ਕਰਨ, ਮਸ਼ਾਰਾ ਸਹੀ ਕਰਨ। ਹਾਂਜੀ, ਸ਼ਮਸ਼ ਸੁਧਾਰੇ ਉੱਚ ਚੜਾਏ। ਐ ਦਾੜਾ ਸੁਧਾਰ ਕੇ ਤਾਂ ਨੂੰ ਚੜਾਉਣ, ਕੰਨਾਂ ਤੱਕ ਲੈ ਕੇ ਜਾਣ। ਪਕੜੇ ਸੰਗਰੀ ਹਾਥ ਕਦਾਏ। ਤੇ ਕਦੀ ਸੰਗਲੀ ਫੜ ਕੇ ਇਸ ਤਰ੍ਹਾਂ ਉਹਨੂੰ ਛੜਕਾ ਦਿਆ ਕਰਨ ਜੀ। ਹਾਂਜੀ, ਦਾਸ ਦਰੋਗੇ ਕੋ ਇੱਕ ਆਇਓ। ਤੇ ਕਰਦਿਆਂ ਕਰਦਿਆਂ ਦਰੋਗੇ ਦਾ ਕੀ ਨਾਮ ਸੀ? ਕਥਾ ਸੁਣੀ ਤੁਸੀਂ ਹੈ? ਸੌਂਦੇ ਖਾਂ, ਸ਼ਾਬਾਸ਼, ਗੱਜ ਕੇ ਆਖੋ ਵਾਹਿਗੁਰੂ। ਸੌਂਦੇ ਖਾਂ ਦਾ ਨਿੱਜੀ ਸੇਵਕ ਸੇਵਾਦਾਰ ਉਹ ਉੱਥੇ ਨਿਕਲ ਆਇਆ ਜੀ। ਹਾਂਜੀ, ਪੀਰ ਹੀ ਰਖਬੇ ਬਰਮਾਇਓ। ਤੇ ਉਹਨੇ ਵੇਖਿਆ ਵੀ ਭੀੜ ਬੜੀ ਲੱਗੀ ਹੈ, ਕੀ ਗੱਲ ਹੈ? ਹਾਂਜੀ, ਗਇਓ ਨਿਕਟ ਬੁਝਿਓ ਇਹ ਕੌਣ। ਉਹ ਨੇੜੇ ਹੋ ਕੇ ਬੰਦਿਆਂ ਨੂੰ ਪੁੱਛਿਆ ਵੀ ਆਹ ਕੌਣ ਹੈ? ਹਾਂਜੀ, ਬੇਸ ਅਜਾਇਬ ਇਸਪੁਰ ਭੌਣ। ਐ ਵੱਖਰਾ ਹੀ ਭੇਖ ਜਾ ਬਣਾਇਆ ਇਹਨੇ, ਇਹ ਕੌਣ ਹੈ? ਹਾਂਜੀ, ਸੁਣ ਕੇ ਬੋਲਤ ਭਾਤਿ ਸਬੀਰਾ। ਤੇ ਉਧਰੋਂ ਫਿਰ ਹੋਰ ਤੇ ਕੋਈ ਨਹੀਂ ਬੋਲਿਆ, ਤੇ ਬਾਬਾ ਬਿਧੀ ਚੰਦ ਜੀ ਆਪੇ ਹੀ ਬੋਲ ਪਏ। ਖੋਜੀ ਗਣਕ ਨਾਮ ਹੈ ਮੇਰਾ। ਕਹਿੰਦੇ ਖੋਜੀ ਹੁੰਨੇ ਆ ਅਸੀਂ ਜੋਤਸ਼ੀ ਹੁੰਨੇ ਆ, ਲੋਕ ਮੈਨੂੰ ਖੋਜੀ ਜੋਤਸ਼ੀ ਕਹਿੰਦੇ ਆ। ਹਾਂਜੀ, ਦੂਰ ਦੇਸ਼ ਜੰਗਲ ਹਮ ਰਹੇ। ਦੂਰ ਦੇਸ਼ ਜੰਗਲ ਵਿੱਚ ਰਹਿੰਦੇ ਆ ਅਸੀਂ। ਹਾਂਜੀ, ਗੁਣ ਆਪਣੋ ਦਿਖਰਾਇਓ ਚਾਹੇ। ਆਪਣਾ ਗੁਣ ਵਿਖਾਉਣਾ ਚਾਹੁੰਦੇ ਆ। ਹਾਂਜੀ, ਸੁਣ ਕਰ ਦਾਸ ਚੰਪ ਹੋ ਗਇਓ। ਉਹ ਸੇਵਕ ਬੜਾ ਹੈਰਾਨ ਹੋਇਆ। ਹਾਂਜੀ, ਬੋਲਣ ਬੇਸ ਬੇਸ ਬਪਨਿਓ। ਕਮਾਲ ਦੀ ਗੱਲ, ਇਹ ਉਹੋ ਹੀ ਬੰਦਾ ਹੈ ਜਦੋਂ ਬਾਬਾ ਬਿਧੀ ਚੰਦ ਜੀ ਪਹਿਲਾਂ ਸਾਧ ਸੰਗਤ ਜੀ ਕਸੇਰਾ ਬਣ ਕੇ ਗਏ ਸੀਗੇ, ਘਾਈ ਬਣ ਕੇ ਗਏ ਸੀ। ਇਹ ਸਾਰੇ ਬੰਦੇ ਇਕੱਠੇ ਹੀ ਰਹਿੰਦੇ ਹੁੰਦੇ ਸੀਗੇ, ਪਰ ਵੇਖ ਲਓ ਉਹ ਬੰਦਾ ਵੀ ਬਾਬਾ ਬਿਧੀ ਚੰਦ ਜੀ ਨੂੰ ਪਛਾਣ ਨਹੀਂ ਸਕਿਆ ਜੀ, ਪਛਾਣ ਨਹੀਂ ਸਕਿਆ ਜੀ। ਇਹ ਗੁਰੂ ਸਾਹਿਬ ਦੀ ਕਲਾ ਵਰਤਨ ਦਾ ਹੀ ਹੈ। ਹਾਂਜੀ, ਇਹ ਠਾਂ ਹਜ਼ਰਤ ਕੋ ਇੱਕ ਘੋਰਾ। ਹਾਂਜੀ, ਲੈ ਤਸਕਰ ਗਮਨਿਓ ਕਿਤ ਔਰਾ। ਹਾਂਜੀ, ਪੜੋ। ਸਰਬ ਰੀਤ ਕੇ ਗੁਣੀ ਬੁਲਾਏ। ਕਿਸ ਹੂੰ ਤੇ ਨਹਿ ਗਇਓ ਬਤਾਏ। ਉਹ ਸੇਵਾਦਾਰ ਕਹਿਣ ਲੱਗਾ ਵੀ ਜੇ ਤੂੰ ਖੋਜੀ ਐ, ਤੂੰ ਗਣਕ ਐ, ਜੋਤਸ਼ੀ ਐ, ਤੇ ਸੁਣ, ਸਾਡੇ ਬਾਦਸ਼ਾਹ ਦਾ ਬੜਾ ਕੀਮਤੀ ਮਹਿੰਗਾ ਘੋੜਾ ਸੋਨੇ ਦੀ ਕਾਠੀ ਦੇ ਸਮੇਤ ਹੀ ਗਾਇਬ ਹੋ ਗਿਆ, ਤੇ ਬੜੇ ਬੜੇ ਜੋਤਸ਼ੀ ਸੱਦੇ ਆ, ਪਰ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਘੋੜਾ ਕਿੱਥੇ ਗਿਆ ਹੈ। ਜੋ ਹੋਏ ਤੁਰੰਗ ਬਤਾਵਨ ਹਾਰ। ਤਿਸ ਕੋ ਚਾਹਤ ਸ਼ਾਹੋ ਉਦਾਰ। ਤੇ ਜੇ ਕੋਈ ਦੱਸ ਦਵੇ ਨਾ ਬਾਦਸ਼ਾਹ ਨੂੰ ਵੀ ਘੋੜਾ ਗਿਆ ਕਿੱਥੇ ਹੈ, ਤੇ ਫਿਰ ਬਾਦਸ਼ਾਹ ਉਹਦੇ ਤੇ ਖੁਸ਼ ਹੋਏਗਾ, ਉਹ ਜੋ ਮੰਗੇਗਾ ਬਾਦਸ਼ਾਹ ਉਹਨੂੰ ਉਹ ਦਵੇਗਾ। ਤੋ ਮੈਂ ਜੇ ਗੁਣ ਦੇਹੋ ਬਤਾਏ। ਤੇ ਜੇ ਤੇਰੇ ਵਿੱਚ ਗੁਣ ਹੈਗਾ ਤੇ ਦੱਸ ਦੇ ਫਿਰ ਬਾਦਸ਼ਾਹ ਨੂੰ ਕਿੱਥੇ ਗਿਆ ਘੋੜਾ। ਹਾਂਜੀ, ਕਰਹਿ ਸ਼ਾਹ ਕੋ ਸੁਧ ਹਮ ਜਾਏ। ਮੈਂ ਬਾਦਸ਼ਾਹ ਨੂੰ ਜਾ ਕੇ ਦੱਸਦਾ ਵੀ ਇੱਕ ਬੰਦਾ ਆਇਆ, ਉਹ ਘੋੜੇ ਦਾ ਪਤਾ ਦੱਸੇਗਾ ਵੀ ਘੋੜਾ ਕਿੱਥੇ ਗਿਆ ਹੈ। ਕਹਿਤ ਭਇਓ ਜੋ ਖੋਜੀ ਬ੍ਰਿੰਦ। ਨਹਿ ਮੋਹਿ ਜਾਨੋ ਤਿਨ ਮਾਨਿੰਦ। ਆਖੋ ਵਾਹਿਗੁਰੂ ਗੱਜ ਕੇ। ਵਾਹਿਗੁਰੂ। ਉਹ ਬਾਬਾ ਬਿਧੀ ਚੰਦ ਉਹਨੂੰ ਪਤਾ ਕੀ ਕਹਿਣ ਲੱਗਿਆ? ਉਹ ਕਹਿੰਦੇ ਗੱਲ ਸੁਣ, ਉਹ ਜਿਹੜੇ ਪਹਿਲੇ ਖੋਜੀ ਆਏ ਸੀ ਨਾ, ਉਹ ਮੇਰੀ ਬਰਾਬਰੀ ਨਹੀਂ ਕਰ ਸਕਦੇ। ਮੈਂ ਤੇ ਬੜਾ ਵੱਡਾ ਖੋਜੀ ਆ, ਉਹ ਮੇਰੇ ਅੱਗੇ ਕੀ ਚੀਜ਼ਾਂ ਹੈਗੀਆਂ ਨੇ ਉਹ। ਹਾਂਜੀ, ਮੈਂ ਸੁਗੰਧ ਥਲ ਲੇਤ ਬਤਾਵੋ। ਮੈਨੂੰ ਉਸ ਥਾਂ ਤੇ ਲੈ ਜਾਓ ਜਿੱਥੇ ਘੋੜਾ ਬੱਧਾ ਸੀਗਾ, ਮੈਂ ਉਸ ਥਾਂ ਨੂੰ ਸੁੰਘ ਕੇ ਦੱਸ ਦਿਆਂਗਾ। ਸੁਧ ਪਾਤਾਲ ਗਗਨ ਕੀ ਪਾਵੋ। ਵੀ ਦੱਸ ਦਿਆਂਗਾ ਵੀ ਘੋੜਾ ਕਿੱਥੇ ਗਿਆ। ਪਤਾਲ 'ਚ ਚਲੇ ਗਿਆ, ਆਕਾਸ਼ 'ਚ ਚਲੇ ਗਿਆ, ਮੈਂ ਤਾਂ ਥਾਂ ਸੁੰਘ ਕੇ ਦੱਸ ਦਿੰਦਾ।
ਹੁਣ ਇਹ ਤੇ ਗੱਲ ਵੀ ਹੈਰਾਨ ਕਰਨ ਵਾਲੀ ਹੈ ਵੀ ਕੋਈ ਬੰਦਾ ਥਾਂ ਸੁੰਘ ਕੇ ਕਿਵੇਂ ਦੱਸੇਗਾ ਜੀ। ਹਾਂਜੀ ਮਹਿ ਖੋਜਨ ਕਿਆ ਮੋਹਿ ਆਗੇ, ਹਾਂਜੀ ਦੇਹੋ ਬਤਾਏ ਚੋਰ ਜਿਮ ਲਾਗੇ। ਭਾਵੇਂ ਘੋੜਾ ਆਕਾਸ਼ 'ਚ ਹੋਵੇ ਜਾਂ ਪਤਾਲ ਤੇ ਹੋਵੇ, ਮੈਂ ਲੱਭ ਕੇ ਦੱਸ ਦਿਆਂਗਾ। ਧਰਤੀ ਤੇ ਲੱਭਣ ਦੀ ਤੇ ਗੱਲ ਹੀ ਦੂਰ ਦੀ ਹੈ। ਧਰਤੀ ਤੇ ਲੱਭਣ ਦੀ ਕਾਹਦੀ ਗੱਲ ਹੈ। ਹਾਂਜੀ ਹਜ਼ਰਤ ਕੋ ਜਹ ਪਹੁੰਚਿਓ ਘੋੜਾ, ਹਾਂਜੀ ਸਭ ਸੁਧ ਕਹੋ ਗਇਓ ਤਿਸ ਔਰ। ਮੈਂ ਦੱਸਾਂਗਾ ਵੀ ਬਾਦਸ਼ਾਹ ਦਾ ਘੋੜਾ ਕਿਹੜੇ ਪਾਸੇ ਗਿਆ, ਇਸ ਸਮੇਂ ਕਿੱਥੇ ਖਲੋਤਾ ਹੈ। ਮੈਂ ਸਾਰੀ ਗੱਲ ਬਾਦਸ਼ਾਹ ਨੂੰ ਦੱਸਾਂਗਾ। ਅਬ ਜਹ ਖਰੋ ਬਤਾਵੋ ਥਾਨ, ਜਿਮਲੇ ਗਨਮਿਓ ਕਰੋ ਬਖਾਨ। ਤੇ ਹੁਣ ਮੈਨੂੰ ਉੱਥੇ ਲੈ ਜਾ ਜਿੱਥੇ ਘੋੜਾ ਖਲੋਤਾ ਸੀ, ਤੇ ਮੈਂ ਤੈਨੂੰ ਦੱਸਾਂਗਾ ਘੋੜਾ ਕਿਵੇਂ ਗਿਆ ਹੈ, ਮੈਂ ਦੱਸਾਂਗਾ। ਹਾਂਜੀ ਬਿਨ ਗੁਣ ਹੀਰੇ ਤਰਕ ਨ ਕਰੀਐ, ਹਾਂਜੀ ਵੱਡੇ ਵੱਡੇ ਨਰ ਜਗਤ ਵਿਚਰੀਐ। ਗੱਜ ਕੇ ਆਖੋ ਵਾਹਿਗੁਰੂ। ਉਹ ਸਿਪਾਹੀ ਜਿਹੜਾ ਸੀਗਾ ਉਹ ਕਹਿਣ ਲੱਗਾ ਐਵੇਂ ਕਿਵੇਂ ਹੋ ਸਕਦਾ ਹੈ, ਕੋਈ ਥਾਂ ਸੁੰਘ ਕੇ ਕਿਵੇਂ ਦੱਸ ਸਕਦਾ। ਤੇ ਬਾਬਾ ਬਿਧੀ ਚੰਦ ਪਤਾ ਕੀ ਕਹਿੰਦੇ, ਕਹਿੰਦੇ ਗੱਲ ਸੁਣ, ਜਿੰਨਾ ਚਿਰ ਤੱਕ ਕਿਸੇ ਦਾ ਗੁਣ ਵੇਖ ਨਾ ਲਈਏ ਉਹਦੇ ਤੇ ਤਰਕ ਨਹੀਂ ਕਰੀਦੀ। ਦੁਨੀਆ 'ਚ ਬੜੇ ਬੜੇ ਗੁਣੀ ਬੈਠੇ ਆ, ਬੜੇ ਬੜੇ ਅੱਗੇ ਦੇ ਬੰਦੇ ਬੈਠੇ ਆ। ਹਾਂਜੀ ਮਹਿ ਰਤਨ ਅਹੈ ਸਭ ਵਿਦ ਕੇ, ਇਸ ਧਰਤੀ ਤੇ ਬੜੇ ਤਰ੍ਹਾਂ ਦੇ ਗੁਣੀ ਪੁਰਸ਼ ਰਹਿੰਦੇ ਆ। ਹਾਂਜੀ ਖੋਜੇ ਪਾਵੈ ਗੁਣੀ ਬਬਿਦ ਕੇ, ਇਹ ਤਾਂ ਖੋਜ ਕੀਤਿਆਂ ਹੀ ਪਤਾ ਲੱਗਦਾ ਹੈ ਨਾ। ਹਾਂਜੀ ਲਿਆਏ ਸੋ ਦੇਨੋ ਹਮ ਬਸ ਨਾਹੇ, ਹਾਂਜੀ। ਕਰੋ ਬਤਾਵਨ ਜਿਸ ਥਲ ਮਾਹੇ। ਤੈਨੂੰ ਇਹ ਮੈਂ ਦੱਸ ਦੇਣਾ, ਘੋੜਾ ਲਿਆ ਨਹੀਂ ਮੈਂ ਸਕਦਾ, ਪਰ ਇਹ ਜ਼ਰੂਰ ਦੱਸ ਸਕਦਾ ਵੀ ਘੋੜਾ ਗਿਆ ਕਿੱਥੇ ਹੈ। ਇਹ ਮੈਂ ਦੱਸ ਲਿਆਉਣਾ ਵੈਸੇ ਵੀ ਨਹੀਂ ਹੈਗਾ ਜੀ, ਬਾਬਾ ਜੀ ਨੇ ਮਹਾ ਤੇ ਖੜਿਆ ਸੀਗਾ। ਹਾਂਜੀ ਨਿਜ ਬਲ ਤੇ ਹਜ਼ਰਤ ਹੈ ਲਿਹੇ, ਤੇ ਜੇ ਬਾਦਸ਼ਾਹ ਕੋ ਬਲ ਹੋਏਗਾ, ਤਾਕਤ ਹੋਏਗੀ, ਤੇ ਬਾਦਸ਼ਾਹ ਉੱਥੋਂ ਲੈ ਆਵੇਗਾ। ਹਮ ਕੋ ਦੋਸ਼ ਨਹੀਂ ਪੁਨ ਦੇਹ, ਮੁੜ ਮੈਨੂੰ ਨਹੀਂ ਦੋਸ਼ ਦੇਣਾ ਕਿਸੇ ਨੇ। ਸੁਣ ਕੇ ਸੇਵਕ ਨਿਸ਼ਚੈ ਜਾਣਿਓ, ਹਾਂਜੀ। ਜਾਏ ਦਰੋਗੇ ਨਿਕਟ ਬਖਾਨਿਓ। ਤੇ ਉਹ ਸੇਵਾਦਾਰ ਨੇ ਸੁਣ ਕੇ, ਹੁਣ ਬਾਦਸ਼ਾਹ ਤੱਕ ਤਾਂ ਉਹਦੀ ਪਹੁੰਚ ਨਹੀਂ ਸੀ, ਉਹਦੀ ਪਹੁੰਚ ਸੀ ਦਰੋਗੇ ਤੱਕ। ਉਹਨੇ ਸੌਂਦੇ ਖਾਨ ਨੂੰ ਜਾ ਕੇ ਦੱਸਿਆ, ਸੁਣੋ ਖਾਨ ਜੀ ਖੋਜੀ ਭਲੋ। ਕਹਿੰਦਾ ਖਾਨ ਜੀ ਸੁਣੋ, ਇੱਕ ਬੜਾ ਵਧੀਆ ਖੋਜੀ ਬੰਦਾ ਲੱਭਿਆ। ਤੁਮ ਖੋਜਤ ਸੋ ਅਬ ਹੈ ਮਿਲੋ, ਜਿਹੋ ਜਿਹਾ ਬੰਦਾ ਤੁਸੀਂ ਲੱਭਦੇ ਸੀ ਉਹੋ ਜਿਹਾ ਬੰਦਾ ਹੁਣ ਲੱਭਿਆ। ਦੂਰ ਦੇਸ਼ ਕੋ ਸੋ ਦਿਸ ਆਵੈ, ਉਹ ਕਿਸੇ ਦੂਰ ਦੇਸ਼ ਦਾ ਲੱਗਦਾ, ਸਾਡੇ ਇੱਧਰ ਦੇ ਇਲਾਕੇ ਦਾ ਨਹੀਂ ਹੈ। ਗੁਣ ਖੋਜਨ ਕੋ ਅਧਿਕ ਬਤਾਵੇ, ਉਹ ਤੇ ਬੜੇ ਗੁਣ ਆਪਣੇ ਦੱਸਦਾ ਵੀ ਮੈਂ ਇੰਜ ਲੱਭ ਦਿਆਂਗਾ, ਮੈਂ ਇੰਜ ਲੱਭ ਦਿਆਂਗਾ। ਹਾਂਜੀ ਕਹੈ ਸੁਗੰਧ ਸੁਲੇ ਬਤਾਉ। ਉਹ ਦਰੋਗਾ ਕਹਿੰਦਾ ਕੀ ਕਹਿੰਦਾ, ਤੇ ਉਹ ਸਿਪਾਹੀ ਕਹਿੰਦਾ ਦਰੋਗਾ ਜੀ, ਉਹ ਕਹਿੰਦਾ ਵੀ ਮੈਂ ਥਾਂ ਸੁੰਘ ਕੇ ਘੋੜਾ ਦੱਸ ਦਿਆਂਗਾ ਵੀ ਕਿੱਥੇ ਗਿਆ ਹੈ। ਹਾਂਜੀ ਜਹਾਂ ਖਰੋ ਹੈ ਥਾਨ ਜਨਾਉ, ਮੈਂ ਤੁਹਾਨੂੰ ਦੱਸ ਸਕਦਾ ਵੀ ਇਸ ਸਮੇਂ ਉਹ ਜਿਹੜਾ ਘੋੜਾ ਗਵਾਚਿਆ ਉਹ ਕਿੱਥੇ ਖਲੋਤਾ ਹੈ। ਹਾਂਜੀ ਸੁਨਤ ਦਰੋਗਾ ਹਰਖਤ ਵਾਹ ਗਇਓ, ਵਾਹ, ਸੌਂਦੇ ਖਾਂ ਖੁਸ਼ ਹੋ ਗਿਆ। ਕਿਉਂ, ਉਹ ਇਲਜ਼ਾਮ ਸਾਰਾ ਸੌਂਦੇ ਖਾਂ ਉੱਤੇ ਆ ਰਿਹਾ ਸੀਗਾ। ਇਸ ਸੌਂਦੇ ਖਾਂ ਨੇ ਢਿਲਾਈ ਵਰਤੀ ਹੈ। ਸੌਂਦੇ ਖਾਂ ਖੁਸ਼ ਹੋ ਗਿਆ। ਹਜ਼ਰਤ ਨਿਕਟ ਬਤਾਵਤ ਭਇਓ, ਉਸੇ ਵੇਲੇ ਬਾਦਸ਼ਾਹ ਜਹਾਂਗੀਰ ਦੇ ਕੋਲ ਗਿਆ। ਟੋਰਨ ਖੋਜੀ ਕੋ ਤੁਮ ਕਹਿਓ, ਕਹਿੰਦਾ ਬਾਦਸ਼ਾਹ ਸਲਾਮਤ, ਉਹ ਜਿਹੋ ਜਿਹਾ ਖੋਜੀ ਤੁਸੀਂ ਲੱਭ ਰਹੇ ਸੀ, ਏਕ ਅਚਾਨਕ ਹੀ ਅਬ ਲਹਿਓ। ਆਪਣੇ ਲਾਹੌਰ 'ਚ ਅਚਾਨਕ ਹੀ ਉਹੋ ਜਿਹਾ ਬੰਦਾ ਇੱਕ ਆ ਗਿਆ, ਉਹ ਦੱਸੇਗਾ। ਭਾਖਤ ਜਹਾਂ ਖਰੋ ਹੋਏ ਘੋਰਾ, ਉਹ ਕਹਿੰਦਾ ਇਸ ਸਮੇਂ ਘੋੜਾ ਜਿੱਥੇ ਵੀ ਖਲੋਤਾ ਹੋਏਗਾ, ਕਰੋ ਬਤਾਵਨ ਸੋ ਅਬ ਠੌਰਾ। ਮੈਂ ਤੁਹਾਨੂੰ ਦੱਸਾਂਗਾ ਵੀ ਘੋੜਾ ਕਿੱਥੇ ਗਿਆ ਹੈ। ਹਰਖ ਸ਼ਾਉ ਕਹਿ ਤਿਸੈ ਬੁਲਾਵੋ, ਤੇ ਬਾਦਸ਼ਾਹ ਨੇ ਫਿਰ ਕੀ, ਬਾਦਸ਼ਾਹ ਕੀ ਹੋਇਆ, ਖੁਸ਼ ਹੋਇਆ। ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਤੇ ਘੋੜਾ ਜਾਨ ਤੋਂ ਵੱਧ ਪਿਆਰਾ ਲੱਗਦਾ ਹੈਗਾ ਜੀ। ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਛੇਤੀ ਉਹਨੂੰ ਸੱਦੋ। ਜਾਹੋ ਆਪ ਤੋ ਅਬ ਹੀ ਲਿਆਵੋ, ਕਹਿੰਦਾ ਦਰੋਗੇ ਤੂੰ ਆਪ ਜਾ, ਐਸੇ ਮਹਾਨ ਬੰਦੇ ਨੂੰ ਤਾਂ ਆਪ ਜਾ ਕੇ ਲਿਆਉਣਾ ਚਾਹੀਦਾ, ਜਾ ਲੈ ਕੇ ਆ। ਲੈ ਸੰਗ ਦਾਸ ਦਰੋਗਾ ਗਇਓ, ਦਰੋਗਾ ਆਪਣੇ ਨਾਲ ਕੁਝ ਨੌਕਰਾਂ ਨੂੰ ਲੈ ਕੇ ਕਿਲੇ ਦੇ ਬਾਹਰ-ਬਾਹਰ ਜਿੱਥੇ ਬਾਬਾ ਬਿਧੀ ਚੰਦ ਬੈਠੇ ਆ
ਉੱਥੇ ਗਿਆ। ਭੀਰ ਸਮੇਤ ਬਿਲੋਕਤ ਭਇਓ। ਵਾਹ ਵਾਹ ਵਾਹ, ਬੜੀ ਭੀੜ ਲੱਗੀ ਹੈ। ਬਾਬਾ ਜੀ ਉੱਚੀ ਕੰਧ ਤੇ ਬੈਠੇ ਆ। ਦੇਸ਼ ਦੂਰ ਕੋ ਹਿੰਦੁਸਤਾਨੀ, ਹਾਂਜੀ। ਨਿਕਟ ਹੋਏ ਕਰ ਖਾਨ ਬਖਾਨੀ। ਕਮਾਲ ਦੀ ਗੱਲ ਹੈ। ਇਹੋ ਹੀ ਸੌਂਦੇ ਖਾਂ ਸੀ। ਇਹਨੇ ਹੀ ਪਹਿਲੀ ਵਾਰੀ ਘਾਹ ਪਸੰਦ ਕੀਤਾ ਸੀ, ਦੂਜੀ ਵਾਰੀ ਵੀ ਇਹਨੇ ਘਾਹ ਪਸੰਦ ਕੀਤਾ, ਹੌਲੀ ਹੌਲੀ ਇਹਨੇ ਨੌਕਰੀ ਤੇ ਪੱਕਾ ਕੀਤਾ, ਇਹਨੇ ਹੀ ਸਾਰੀਆਂ ਡਿਊਟੀਆਂ ਦਿੱਤੀਆਂ, ਇਹਨੇ ਹੀ ਕਾਠੀ ਵਿਖਾਈ, ਇਹਨੇ ਹੀ ਇਨਾਮ ਸਾਂਭੇ। ਤੇ ਇਹੋ ਹੀ ਦਰੋਗਾ ਹੈ, ਉਹੋ ਹੀ ਬਾਬਾ ਬਿਧੀ ਚੰਦ ਸਾਹਮਣੇ ਬੈਠੇ, ਭੇਸ ਬਦਲ ਕੇ ਪਛਾਣ ਹੀ ਨਹੀਂ ਸਕਿਆ ਜੀ। ਦਰੋਗੇ ਨੂੰ ਨਹੀਂ ਪਤਾ ਵੀ ਇਹ ਉਹੋ ਹੀ ਘਾਈ ਹੈ, ਉਹਨੂੰ ਨਹੀਂ ਕੱਖ ਵੀ ਪਤਾ ਲੱਗਾ। ਹਾਂਜੀ। ਚੱਲ ਖੋਜੀ ਤੁਝ ਸਾਹੋ ਬੁਲਾਵੇ। ਵੇਖ ਕੇ ਕਹਿੰਦਾ ਚੱਲ ਖੋਜੀ, ਤੈਨੂੰ ਮੇਰਾ ਬਾਦਸ਼ਾਹ ਬੁਲਾ ਰਿਹਾ ਹੈ। ਖੋਜ ਤੋ ਰੰਗਮ ਕੋ ਨਿਕਸਾਵੇ। ਦੱਸ ਘੋੜੇ ਦੀ ਖੋਜ ਲੱਭ ਕੇ ਦੱਸ ਵੀ ਘੋੜਾ ਕਿੱਥੇ ਗਿਆ। ਗੁਰ ਕੋ ਸਿਮਰ ਹਰਖ ਹੋਏ ਖਰਿਓ। ਤੇ ਬਾਬਾ ਬਿਧੀ ਚੰਦ ਜੀ ਆਪਣੇ ਮਨ ਵਿੱਚ ਨਾ ਛੇਵੇਂ ਪਾਤਸ਼ਾਹ ਨੂੰ ਯਾਦ ਕਰਦੇ ਜੀ। ਫਿਰ ਵਾਹ ਗੁਰੂ ਹਰਗੋਬਿੰਦ ਸਾਹਿਬ, ਪਹਿਲੇ ਦਿਨ ਹੀ ਫਿਰ ਦਾ ਲੱਗ ਗਿਆ। ਜਦੋਂ ਪਹਿਲਾ ਘੋੜਾ ਲੈਣ ਆਏ ਉਦੋਂ ਵੀ ਪਹਿਲੇ ਦਿਨ ਹੀ ਦਾ ਲੱਗ ਗਿਆ ਸੀਗਾ ਜੀ। ਇਹੋ ਹੀ ਦਰੋਗਾ ਪਹਿਲੇ ਦਿਨ ਹੀ ਅੰਦਰ ਲੈ ਗਿਆ ਸੀ। ਫਿਰ ਇਹੋ ਹੀ ਦਰੋਗਾ ਫਿਰ ਇਹ ਅੰਦਰ ਲੈ ਗਿਆ। ਗੁਰ ਕੋ ਸਿਮਰ ਹਰਖ ਹੋਏ ਖਰਿਓ। ਬਾਬਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਕੇ ਖੁਸ਼ ਹੋਏ ਤੇ ਉੱਠ ਕੇ ਖਲੋ ਗਏ। ਸੰਗ ਦਰੋਗੇ ਅੰਤਰ ਬਰਿਓ। ਤੇ ਕਹਿੰਦੇ ਠੀਕ ਆ। ਉਹ ਆਪਣੀ ਸੰਗਲੀ ਨੂੰ ਖੜਕਾਉਂਦੇ ਘਮਾਉਂਦੇ ਉਹ ਕਿਲੇ ਦੇ ਅੰਦਰ ਚਲੇ ਗਏ। ਗਇਓ ਕਚਹਿਰੀ ਮੈਂ ਹੋਏ ਠਾਂਡੋ। ਤੇ ਕਚਹਿਰੀ ਲੱਗੀ ਆ ਬਾਦਸ਼ਾਹ ਦੀ, ਉੱਥੇ ਜਾ ਕੇ ਸਾਹਮਣੇ ਖਲੋ ਗਏ। ਤਸਲੀ ਮਾਤ ਕਰੀ ਮਨ ਗਾਡੋ। ਗੱਜ ਕੇ ਆਖੋ। ਤੇ ਮਨ ਦ੍ਰਿੜ ਕੀਤਾ ਜੀ। ਬਾਦਸ਼ਾਹ ਸਾਹਮਣੇ ਆ, ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਕੇ ਸਿਰ ਝੁਕਾ ਦਿੱਤਾ ਜੀ। ਸਿਰ ਬਾਦਸ਼ਾਹ ਨੂੰ ਨਹੀਂ ਝੁਕਾਇਆ, ਸਤਿਗੁਰੂ ਜੀ ਨੂੰ ਝੁਕਾਇਆ, ਪਰ ਬਾਦਸ਼ਾਹ ਸੋਚਦਾ ਮੈਨੂੰ ਝੁਕਾਇਆ। ਹਾਂਜੀ। ਗੁਰ ਮਾਇਆ ਸਭ ਕੀ ਮਤ ਮਾਰੀ। ਕਿਉਂ? ਗੁਰੂ ਸਾਹਿਬ ਦੀ ਮਾਇਆ ਹੀ ਐਸੀ ਸੀ ਕਿ ਸਾਰਿਆਂ ਦੀ ਮੱਤ ਵੱਜ ਗਈ ਜੀ। ਉਹ ਜਦੋਂ ਪਹਿਲਾਂ ਤੁਸੀਂ ਕਥਾ ਸੁਣੀ, ਜਦੋਂ ਬਾਬਾ ਜੀ ਪਹਿਲਾ ਘੋੜਾ ਲੈਣ ਗਏ ਤੇ ਉਹਨਾਂ ਦੋਵਾਂ ਘੋੜਿਆਂ ਦੀ ਬੜੀ ਸੇਵਾ ਕਰਨ, ਮੱਥੇ ਟੇਕਣ, ਸਾਰੇ ਕਹਿੰਦੇ ਕਸੇਰਾ ਤੇ ਬੜੀ ਸੇਵਾ ਕਰਦਾ। ਤੇ ਬਾਬਾ ਬਿਧੀ ਚੰਦ ਕਹਿੰਦੇ ਸੇਵਾ ਕਰਾਂ ਕਿਉਂ ਨਾ, ਸੱਚੇ ਪਾਤਸ਼ਾਹ ਦੇ ਘੋੜੇ ਨੇ। ਉਹ ਸਮਝਦੇ ਵੀ ਸਾਡੇ ਬਾਦਸ਼ਾਹ ਨੂੰ ਸੱਚਾ ਪਾਤਸ਼ਾਹ ਕਹਿੰਦਾ। ਉਹ ਉਸ ਹਿਸਾਬ ਨਾਲ ਖੁਸ਼ ਹੋਈ ਜਾਣ ਤੇ ਬਾਬਾ ਬਿਧੀ ਚੰਦ ਆਪਣੇ ਹਿਸਾਬ ਨਾਲ ਗੱਲ ਵੀ ਕਰੀ ਜਾਣ ਜੀ। ਹਾਂਜੀ। ਤਬ ਕੋਈ ਨਾ ਕਰ ਸਕੇ ਚਿਨਾਰੀ। ਕਿਸੇ ਨੂੰ ਵੀ ਬਾਬਾ ਬਿਧੀ ਚੰਦ ਜੀ ਦੀ ਪਛਾਣ ਹੀ ਨਹੀਂ ਹੋ ਸਕੀ ਵੀ ਇਹ ਉਹੋ ਹੀ ਘਾਹ ਵੇਚਣ ਵਾਲਾ ਘਾਈ ਹੈ। ਸਭ ਮੈਂ ਬਹੁ ਦਿਨ ਰਹਿ ਕਰ ਆਛੇ। ਬੋਲਿਓ ਮਿਲਿਓ ਲਿਓ ਹੈ ਗਾਛੇ। ਵੀ ਇਹ ਉਹੋ ਹੀ ਹੈ ਜਿਹੜਾ ਸਾਰਿਆਂ ਦੇ ਵਿੱਚ ਕਈ ਦਿਨ ਰਿਹਾ ਸੀਗਾ, ਸਾਰਿਆਂ ਦੇ ਨਾਲ ਮਿਲ ਕੇ ਰਹਿੰਦਾ ਰਿਹਾ ਹੈ। ਤਉ ਨਾ ਜਾਣ ਸਕੈ ਮਤ ਮੰਦੇ। ਇਹ ਉਹੋ ਹੀ ਹੈ ਜਿਹੜਾ ਘੋੜਾ ਪਹਿਲਾਂ ਵੀ ਡਾ ਕੇ ਲੈ ਗਿਆ ਸੀ, ਪਰ ਐ ਮੱਤ ਵੱਜ ਗਈ ਸਾਰਿਆਂ ਦੀ। ਕੋਈ ਬਾਬਾ ਬਿਧੀ ਚੰਦ ਜੀ ਨੂੰ ਪਛਾਣ ਹੀ ਨਹੀਂ ਸਕਿਆ। ਖਰੋ ਸਭਨ ਮੈਂ ਧੀਰ ਬਿਲੰਦੇ। ਬੜਾ ਧੀਰਜ ਧਾਰਨ ਕਰਕੇ ਬਾਬਾ ਬਿਧੀ ਚੰਦ ਜੀ ਖਲੋਤੇ ਹੋਏ। ਅਸਲ 'ਚ ਨਾ ਇਹਨੂੰ ਕੀ ਕਹਿੰਦੇ, ਆਤਮ ਵਿਸ਼ਵਾਸ, ਜਿਹਨੂੰ ਅੰਗਰੇਜ਼ੀ 'ਚ ਕੌਨਫੀਡੈਂਸ ਕਹਿੰਦੇ ਆ। ਇਹ ਗਵਾਚ ਜਾਵੇ ਤੇ ਬੰਦਾ ਫੜਿਆ ਜਾਂਦਾ। ਬਾਬਾ ਜੀ ਦਾ ਆਤਮ ਵਿਸ਼ਵਾਸ ਬੜਾ ਹੈ ਜੀ, ਬੜੇ ਧੀਰਜ ਨਾਲ ਖਲੋਤੇ ਆ। ਬੂਝਿਓ ਸ਼ਾਹੂ ਕਹਾਂ ਤੂੰ ਰਹੇ। ਤੇ ਉਹੋ ਹੀ ਬਾਦਸ਼ਾਹ ਜੀ ਨੇ ਪਹਿਲਾਂ 1000 ਰੁਪਈਆ ਇਨਾਮ ਦਿੱਤਾ ਸੀ। ਕਹਿੰਦਾ ਕਿੱਥੇ ਰਹਿਣਾ ਹੁੰਦਾ। ਹਾਂਜੀ। ਕੌਣ ਦੇਸ਼ ਤੇਰੋ ਕਹੋ ਲਹੈ। ਤੇਰਾ ਕਿਹੜਾ ਦੇਸ਼ ਹੈ, ਕਿੱਥੋਂ ਆਇਆ ਹੈ। ਕੋ ਗੁਣ ਤੋ ਮੈਂ ਕਿਮ ਚਲ ਆਇਓ। ਦੱਸ ਤੇਰੇ 'ਚ ਕੀ ਗੁਣ ਹੈ, ਇੱਥੇ ਕੀ ਕਰਨਾ ਹੈ। ਕੌਣ ਨਾਮ ਆਪਣੋ ਕਹਿਵਾਇਓ। ਤੇ ਤੇਰਾ ਨਾਮ ਕੀ ਹੈ, ਮੈਨੂੰ ਸਾਰੀ ਗੱਲ ਦੱਸ। ਸੁਣ ਕਰ ਕਹਿਓ ਸਤੀਰਜ ਬੈਨ। ਬਾਬਾ ਬਿਧੀ ਚੰਦ ਡੋਲੇ ਨਹੀਂ ਜੀ, ਹੌਸਲੇ ਦੇ ਨਾਲ ਜਵਾਬ ਦਿੰਦੇ ਹਨ। ਜੰਗਲ ਦੇਸ਼ ਹਮਾਰੇ ਐਨ। ਮੇਰਾ ਘਰ ਜੰਗਲ ਦੇਸ਼ ਵਿੱਚ ਹੈ। ਉਰੋਂ ਮਹਾਰਾਜ ਮਾਲਵੇ 'ਚ ਬੈਠੇ ਸੀ ਨਾ ਗੁਰੂ ਹਰਗੋਬਿੰਦ ਸਾਹਿਬ, ਤੇ ਮਾਲਵੇ ਨੂੰ ਜੰਗਲ ਦੇਸ਼ ਕਹਿੰਦੇ ਆ।
ਕਹਿੰਦੇ ਜੰਗਲ ਦੇਸ਼ ਵਿੱਚ ਮੇਰੇ ਘਰ ਹਨ। ਖੋਜੀ ਗਣਕ ਨਾਮ ਨਰ ਕਹਿਓ। ਕੋਈ ਮੈਨੂੰ ਖੋਜੀ ਕਹਿੰਦਾ, ਕੋਈ ਗਣਕ ਭਾਵ ਜੋਤਸ਼ੀ ਕਹਿੰਦਾ ਹੈ। ਹਾਂਜੀ, ਆਪਣੇ ਗੁਣ ਵਿਸਾਲ ਤੇ ਲਹਿਓ। ਤੇ ਮੈਂ ਆਪਣੇ ਕਿਹੜੇ ਕਿਹੜੇ ਗੁਣ ਤੁਹਾਨੂੰ ਦੱਸਾਂ, ਮੇਰੇ 'ਚ ਬੜੇ ਗੁਣ ਨੇ। ਹਾਂਜੀ, ਸ਼ਕੁਨ ਵਿਚਾਰੋ ਖੋਜ ਬਤਾਵੋ। ਸ਼ਗਨ ਦੀ ਵਿਚਾਰ ਕਰਕੇ ਖੋਜ ਕਰਕੇ ਦੱਸਦਾ ਹਾਂ। ਕਰੋ ਗਣਕਲੇ ਗੰਧ ਜਨਾਵੋ। ਮੈਂ ਜੋਤਿਸ਼ ਲਾ ਕੇ ਵੀ ਦੱਸਦਾ ਹਾਂ, ਮੈਂ ਥਾਵਾਂ ਸੁੰਘ ਸੁੰਘ ਕੇ ਵੀ ਸਭ ਕੁਝ ਦੱਸ ਦਿੰਦਾ ਹਾਂ। ਇਸ ਕਾਰਨ ਆਗਵਨ ਹਮਾਰਾ। ਹਾਂਜੀ, ਕਰੈ ਸ਼ਰੀਕ ਬੈਰ ਕੋ ਭਾਰਾ। ਤੇ ਮੈਂ ਇੱਥੇ ਤਾਂ ਆਇਆ, ਉੱਥੇ ਜੰਗਲ ਦੇਸ਼ ਵਿੱਚ ਮੇਰੇ ਨਾਲ ਦੇ ਭਰਾ ਮੇਰੇ ਤੋਂ ਈਰਖਾ ਕਰਦੇ ਆ। ਮੈਂ ਕਿਹਾ ਇੱਧਰ ਹੀ ਚੱਲਦੇ ਆ। ਹਾਂਜੀ, ਸੋ ਬਹੁਤੇ ਮੈਂ ਏਕਲ ਰਹਿਓ। ਉਹ ਜ਼ਿਆਦਾ ਨੇ, ਮੈਂ ਇਕੱਲਾ ਆ। ਹਾਂਜੀ, ਤਿਨ ਤੇ ਬੜੋ ਕਸ਼ਟ ਨਿਤ ਲਹਿਓ। ਮੈਂ ਉਹਨਾਂ ਤੋਂ ਬੜਾ ਦੁਖੀ ਹੋਇਆ ਸਾਂ। ਹੇਤ ਨੇ ਆਵ ਕੇ ਇਤ ਚਲ ਆਇਓ। ਤੇ ਮੈਂ ਕਿਹਾ ਇੱਧਰ ਚੱਲਦੇ ਆ, ਨਾਲੇ ਬਾਦਸ਼ਾਹ ਨੂੰ ਪੁਕਾਰ ਕਰਾਂਗਾ। ਹਾਂਜੀ, ਦਿਓ ਤਾਹੇ ਸੁਧ ਹੈ ਜੋ ਗਵਾਇਓ। ਪਰ ਮੈਨੂੰ ਪਤਾ ਲੱਗਾ ਵੀ ਇੱਥੇ ਤੇ ਤੁਹਾਡਾ ਘੋੜਾ ਹੀ ਗਵਾਚ ਗਿਆ। ਗੱਜ ਕੇ ਆਖੋ, ਜੇ ਮੈਨੂੰ ਜ਼ਿੰਮੇਵਾਰੀ ਦਿਓ ਤੇ ਮੈਂ ਦੱਸ ਸਕਦਾ ਵੀ ਘੋੜਾ ਕਿੱਥੇ ਗਿਆ ਹੈ। ਸੁਨ ਹਜ਼ਰਤ ਜਾਣਿਓ ਨਰ ਭਲੇ। ਉਹ ਬਸ ਮਹਾਰਾਜ ਨੇ ਕਿਹਾ ਸੀ ਨਾ, ਤੇਰੀ ਬੁੱਧੀ ਸਾਰਿਆਂ ਤੇ ਛਾ ਜਾਏਗੀ। ਬਾਬਾ ਬਿਧੀ ਚੰਦ ਜੀ ਨੂੰ ਉਹ ਬਾਦਸ਼ਾਹ ਕਹਿੰਦਾ ਇਹ ਤੇ ਬੜਾ ਚੰਗਾ ਬੰਦਾ ਲੱਗਦਾ ਹੈ। ਹਾਂਜੀ, ਇਸ ਤੇ ਖੋਜ ਤੁਰੰਗ ਕੋ ਮਿਲੇ। ਇਹਦੇ ਤੋਂ ਮੈਨੂੰ ਘੋੜੇ ਦਾ ਜ਼ਰੂਰ ਪਤਾ ਲੱਗੇਗਾ। ਘਨੇ ਮੋਲ ਜੋ ਪੋਸ਼ਿਸ਼ ਲਈ। ਹਾਂਜੀ, ਤਤ ਛਿਨ ਮੁਦਤ ਬਖਸ਼ ਕਰ ਦਈ। ਬੜੇ ਮਹਿੰਗੇ ਮੁੱਲ ਦੇ ਕੱਪੜੇ ਉਸੇ ਵੇਲੇ ਹੀ ਬਾਬਾ ਬਿਧੀ ਚੰਦ ਜੀ ਨੂੰ ਦਿੱਤੇ ਉਪਹਾਰ ਵਜੋਂ, ਵੀ ਲੈ ਰੱਖ ਲਾ। ਹਾਂਜੀ, ਦਰਬ ਦਿਵਾਵੋ ਹਿਤ ਮਹਿਮਾਨੀ। ਪ੍ਰਾਹੁਣਾਚਾਰੀ ਵਾਸਤੇ ਕਹਿੰਦੇ ਮੈਂ ਤੈਨੂੰ ਧਨ ਵੀ ਖੂਬ ਦਿਆਂਗਾ। ਹਾਂਜੀ, ਖੋਜ ਬਤਾਵੋ ਹੈ ਜਿਸ ਥਾਨੀ। ਬਸ ਇੱਕ ਕੰਮ ਕਰਦੇ, ਮੇਰਾ ਘੋੜਾ ਦੱਸ ਦੇ ਵੀ ਘੋੜਾ ਗਿਆ ਕਿੱਥੇ ਹੈ। ਜਬ ਤੂੰ ਹਮਕੋ ਖੋਜ ਬਤਾਵੇਂ। ਤੇ ਜੇ ਤੂੰ ਮੈਨੂੰ ਖੋਜ ਕੇ ਦੱਸ ਦਿੱਤਾ, ਹਾਂਜੀ, ਲੱਖਣ ਲਗ ਗਿਣਤੀ ਧਨ ਪਾਵੇ। ਲੱਖਾਂ ਰੁਪਈਏ ਤੈਨੂੰ ਦਿਆਂਗਾ, ਲੱਖਾਂ ਰੁਪਈਏ। ਹਾਂਜੀ, ਸੁਣ ਵਿਦੀਏ ਕਰ ਸੰਗਰੀ ਡਾਰੀ। ਉਹ ਹੁਣ ਬਾਦਸ਼ਾਹ ਦੀ ਵੀ ਇੱਜ਼ਤ ਦਾ ਸਵਾਲ ਸੀ ਨਾ। ਉਹਦੇ ਮਹਿਲਾਂ ਵਿੱਚੋਂ ਆ ਕੇ ਘੋੜਾ ਲੈ ਕੇ ਚਲੇ ਗਿਆ, ਕਿਸੇ ਨੂੰ ਪਤਾ ਨਹੀਂ ਲੱਗਾ ਜੀ। ਬਾਬਾ ਬਿਧੀ ਚੰਦ ਜੀ ਉਹਦੀ ਗੱਲ ਸੁਣ ਕੇ ਹੱਥ 'ਚ ਸੰਗਲੀ ਫੜੀ। ਧਰਾ ਹਾਥ ਤਰ ਸਿਰ ਤ੍ਰੈ ਬਾਰੀ। ਤੇ ਧਰਾ ਹਾਥ ਧਰ ਸਿਰ ਤ੍ਰੈ ਬਾਰੀ। ਗੱਜ ਕੇ ਆਖੋ, ਵਾਹਿਗੁਰੂ। ਧਰਤੀ ਤੇ ਹੱਥ ਧਰ ਕੇ 3 ਵਾਰੀ ਸਿਰ ਨਵਾਇਆ। ਨਮੋ ਕਰਤ ਸਭ ਕੋ ਦਿਖਰਾਏ। ਇੰਜ ਵਿਖਾਇਆ ਬਾਬਾ ਜੀ ਨੇ ਸਾਰਿਆਂ ਨੂੰ ਵੀ ਜਿਵੇਂ ਕਿਸੇ ਨੂੰ ਮੱਥਾ ਟੇਕ ਰਹੇ ਹੋਣ। ਆਪਣੋ ਮੁਰਸ਼ਦ ਬਹੁਰ ਮਨਾਏ। ਤੇ ਉਹ ਬਾਦਸ਼ਾਹ ਕਹਿੰਦਾ ਕੀ ਕਰਨੇ ਆ, ਕਿਹਨੂੰ ਮੱਥਾ ਟੇਕਣੇ ਆ। ਤੇ ਬਾਬਾ ਬਿਧੀ ਚੰਦ ਕਹਿੰਦੇ ਆਪਣੇ ਮੁਰਸ਼ਦ ਨੂੰ ਮੱਥਾ ਟੇਕਣੇ ਆ, ਆਪਣੇ ਮੁਰਸ਼ਦ ਦੀ ਪੂਜਾ ਕਰਨੇ ਆ। ਤੇ ਕਮਾਲ ਦੀ ਗੱਲ ਹੈ, ਲਾਹੌਰ ਦੀ ਕਚਹਿਰੀ ਵਿੱਚ ਬਾਬਾ ਬਿਧੀ ਚੰਦ ਜੀ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕਣ, ਹੱਥ ਰੱਖ ਰੱਖ ਕੇ ਉਹ ਮੱਥਾ ਗੁਰੂ ਹਰਗੋਬਿੰਦ ਸਾਹਿਬ ਨੂੰ ਦੀਨੇ ਕਾਂਗੜ ਪਹੁੰਚੇ ਜੀ। ਮਹਾਰਾਜ ਉੱਥੋਂ ਹੀ ਖੁਸ਼ੀਆਂ ਵਰਤਾਈ ਜਾਣ। ਹਾਂਜੀ, ਸੰਗ ਅਗੁਸ਼ਟ ਅੰਗੂਰਨ ਪੋਰੀ। ਹਾਂਜੀ, ਗਿਨ ਗਿਨ ਦਿਖਰਾਵਤ ਸਭ ਓਰੀ। ਹੁਣ ਉਹ ਉਂਗਲਾਂ ਤੇ ਐ ਹਿਸਾਬ ਕਿਤਾਬ ਜਾਂ ਲਾਉਣ, ਜੋਤਿਸ਼ ਜਾਂ ਲਾ ਲਾ ਕੇ ਦੱਸਣ ਸਾਰਿਆਂ ਨੂੰ। ਹਾਂਜੀ, ਇਤ ਉਤ ਊਚਰੋ ਨੀਚੇ ਦੇਖੈ। ਕਦੀ ਇੱਧਰ ਵੇਖਣ, ਕਦੀ ਉੱਧਰ ਵੇਖਣ, ਕਦੀ ਉੱਚਾ ਵੇਖਣ, ਕਦੀ ਨੀਵਾਂ ਵੇਖਣ। ਇਸ ਤਰ੍ਹਾਂ ਕਰੀ ਜਾਣ ਵੀ ਹਿਸਾਬ ਕਿਤਾਬ ਲੱਗ ਰਿਹਾ ਜੀ। ਹਾਂਜੀ, ਨਰਨ ਜਨਾਵਤ ਸ਼ਕੁਨ ਪਰਿਖੈ। ਤੇ ਲੋਕਾਂ ਨੂੰ ਇੰਜ ਦੱਸ ਰਹੇ ਸੀ ਵੀ ਜਿਵੇਂ ਪਰਖ ਕਰ ਰਹੇ ਹੋਣ। ਕੇਤਿਕ ਬਾਰ ਲਗ ਰਹਿਓ ਵਿਚਾਰਤ। ਸ਼ਾਓ ਸੈਤ ਸਭ ਇਸੇ ਨਿਹਾਰਤ। ਬਾਦਸ਼ਾਹ ਸਮੇਤ ਸਾਰੇ ਵੇਖਣ ਦੇ ਆ, ਕਦੀ ਬਾਬਾ ਜੀ ਉੱਪਰ, ਕਦੀ ਥੱਲੇ, ਕਦੀ ਇੱਧਰ, ਕਦੀ ਉੱਧਰ। ਕਿੰਨਾ ਹੀ ਸਮਾਂ ਲੰਘ ਗਿਆ। ਕਹਿਣ ਲਗਿਓ ਹਜ਼ਾਰਤ ਜਹ ਘੋਰਾ। ਹਾਂਜੀ, ਮੈਂ ਸਭ ਜਾਣ ਲੀਨ ਜਿਸ ਠੋਰਾ। ਬਾਦਸ਼ਾਹ ਕਹਿੰਦਾ ਕੁਝ ਦੱਸ ਵੀ ਦੇ ਹੁਣ। ਗੱਜ ਕੇ ਆਖੋ। ਤੇ ਬਾਬਾ ਬਿਧੀ ਚੰਦ ਕਹਿੰਦੇ ਹਜ਼ਰਤ ਲੱਗ ਗਿਆ ਮੈਨੂੰ ਪਤਾ, ਕਹਿੰਦੇ ਘੋੜਾ ਕਿੱਥੇ ਗਿਆ, ਲੱਗ ਗਿਆ, ਕਹਿੰਦੇ ਮੈਨੂੰ ਪਤਾ ਲੱਗ ਗਿਆ। ਹਾਂਜੀ, ਜਿਸ ਥਲ ਹਰਿਓ ਗਇਓ ਲੈ ਜੈਸੇ। ਹਾਂਜੀ, ਚੌ ਪਿਖਨ ਇੱਕ ਬਾਰੀ ਤੈਸੇ। ਪਤਾ ਤੇ ਮੈਨੂੰ ਲੱਗ ਗਿਆ, ਬਸ ਇਹ ਹੈ
ਇੱਕ ਵਾਰੀ ਮੈਨੂੰ ਉਸ ਥਾਂ ਤੇ ਲੈ ਕੇ ਚੱਲੋ ਜਿੱਥੇ ਘੋੜਾ ਬੱਧਾ ਸੀਗਾ। ਹਾਂਜੀ, ਪੁਨ ਮੈਂ ਨੀਕੇ ਦਿਉ ਬਤਾਏ। ਹੁਣ ਅਜੇ ਤੇ ਇੰਨਾ ਹੀ ਪਤਾ ਲੱਗਾ ਵੀ ਘੋੜਾ ਕਿੱਥੇ ਹੈ, ਪਰ ਜੇ ਮੈਨੂੰ ਉਸ ਥਾਂ ਤੇ ਤੁਸੀਂ ਲੈ ਜਾਓ ਤਸਕਰ ਕੋ ਕਹਿ ਨਾਮ ਸੁਣਾਏ। ਤੇ ਫਿਰ ਮੈਂ ਤੁਹਾਨੂੰ ਚੋਰ ਦਾ ਨਾਮ ਵੀ ਦੱਸ ਸਕਦਾ ਹਾਂ। ਉਹ ਹੁਣ ਹੋਰ ਗੱਲ ਇੰਟਰਸਟਿੰਗ ਹੋ ਗਈ ਵੀ ਚੋਰ ਦਾ ਨਾਮ ਵੀ ਪਤਾ ਲੱਗਣਾ ਚਾਹੀਦਾ। ਹਾਂਜੀ, ਜਿਮ ਨਿਕਸਿਓ ਹੈ ਕਹਿਵੇ ਕਰੋ। ਹਾਂਜੀ, ਇਤੀ ਸ਼ਕਤ ਆਪਣੇ ਮਹਿ ਧਰੋ। ਤੇ ਇੰਨੀ ਕੁ ਤੇ ਸ਼ਕਤੀ ਮੇਰੇ ਚ ਹੈ ਵਾ, ਮੈਂ ਦੱਸ ਸਕਦਾ ਫਿਰ ਘੋੜਾ ਗਿਆ ਕਿਵੇਂ ਸੀ। ਤਹਿ ਤੇ ਲੈਨੋ ਬਸੀ ਤੁਮਾਰੇ। ਉਥੋਂ ਲੈਣਾ ਨਾ ਲੈਣਾ ਇਹ ਤੁਹਾਡੇ ਵੱਸ ਹੈ। ਬਲ ਕਰ ਲਰੋ ਕੇ ਲਿਹੋ ਸੁਖਾਰੇ। ਭਾਵੇਂ ਉਹਨਾਂ ਨਾਲ ਲੜਾਈ ਕਰਕੇ ਲੈ ਲਿਓ ਤੇ ਭਾਵੇਂ ਮੰਗ ਕੇ ਸੌਖਾ ਲੈ ਲਿਓ। ਹਾਂਜੀ, ਸੁਨਤ ਛਾਓ ਮਨ ਮਾਨ ਅਚੰਪਾ। ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਇੰਜ ਹੀ ਕੀਤਾ ਇਹਨੂੰ ਕਿਵੇਂ ਪਤਾ ਲੱਗ ਗਿਆ, ਉਂਗਲਾਂ ਤੇ ਹੱਥ ਹੀ ਗਿਣੇ। ਹਾਂਜੀ, ਗੁਰ ਮਾਇਆ ਕਰ ਲਖੈ ਨ ਧੰਬਾ। ਅਸਲ ਵਿੱਚ ਬਾਬਾ ਬਿਧੀ ਚੰਦ ਜੀ ਕਰਨ ਤੇ ਸਾਰਾ ਪਖੰਡ ਹੀ ਡਏ ਸਨ। ਗੱਜ ਕੇ ਆਖੋ ਵਾਹਿਗੁਰੂ। ਦੰਭ ਦਾ ਅਰਥ ਪਖੰਡ ਹੁੰਦਾ ਵੀ ਭਰਮਾ ਹੀ ਰਹੇ ਸਨ, ਪਰ ਗੁਰੂ ਸਾਹਿਬ ਦੀ ਕਿਰਪਾ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਰਿਹਾ ਹੈ। ਹਾਂਜੀ, ਜੇ ਕਰ ਤੁਰੰਗ ਬਤਾਵੇ ਮੋਹੀ। ਹਾਂਜੀ, ਮਨਸ ਬਾਦਾਰ ਕਰੋ ਟਿਗ ਤੋਹੀ। ਤੇ ਸਾਧ ਸੰਗਤ ਜੀ ਉਧਰ ਫਿਰ ਉਹ ਰਾਜਾ ਕਹਿੰਦਾ ਹੈ ਕਿ ਬਾਦਸ਼ਾਹ ਵੀ ਜੇ ਤੂੰ ਮੈਨੂੰ ਦੱਸ ਦੇ ਘੋੜਾ ਕਿੱਥੇ ਗਿਆ, ਕਿੰਨੇ ਖੜਿਆ, ਤੈਨੂੰ ਮੈਂ ਮਨਸਬਦਾਰ ਰੱਖ ਲਾਂਗਾ, ਸਲਾਹਕਾਰ ਰੱਖ ਲਾਂਗਾ ਆਪਣਾ। ਹਾਂਜੀ, 4 ਲੱਖ ਤਵ ਗੁਣ ਕੋ ਦਿਓ। 4 ਲੱਖ ਰੁਪਈਆ ਤੈਨੂੰ ਮੈਂ ਦਿਆਂਗਾ। ਹਾਂਜੀ, ਤੋਹੇ ਸ਼ਰੀਕ ਬਸੀ ਕਰ ਦਿਓ। ਤੇ ਜਿਹੜੇ ਤੇਰੇ ਪਿੰਡ 'ਚ ਤੇਰੇ ਨਾਲ ਈਰਖਾ ਕਰਦੇ ਆ ਨਾ, ਉਹ ਵੀ ਤੇਰੇ ਅੰਡਰ ਕਰ ਦਿਆਂਗਾ, ਵਸ ਕਰ ਦਿਆਂਗਾ। ਇੱਕ ਬਾਰ ਹੈ ਦਿਹੋ ਬਤਾਏ। ਹਾਂਜੀ, ਮੈਂ ਲੇਵੋ ਨਿਜ ਓਜ ਲਗਾਏ। ਇੱਕ ਵਾਰੀ ਕਹਿੰਦਾ ਫਿਰ ਮੈਨੂੰ ਦੱਸ ਦੇ। ਤੇ ਬਾਬਾ ਬਿਧੀ ਚੰਦ ਕਹਿੰਦੇ ਕੋਈ ਨਹੀਂ, ਇੱਕ ਵਾਰੀ ਮੈਨੂੰ ਲੈ ਕੇ ਚੱਲੋ, ਫਿਰ ਮੈਂ ਦੱਸੂਗਾ ਸਾਰੀ ਗੱਲ। ਉਹ ਫਿਰ ਹੁਣ ਅੱਗੇ ਕੱਲ ਨੂੰ ਸੁਣਾਂਗੇ ਆਪਾਂ। ਵੇਖ ਲਓ ਗੁਰੂ ਦੀ ਕਿਰਪਾ ਕਿਵੇਂ ਸਭ ਨੂੰ ਮੂਰਖ ਬਣਾਈ ਜਾਂਦੇ ਬਾਬਾ ਜੀ, ਸਾਰੇ ਮੂਰਖ ਬਣੀ ਜਾਂਦੇ ਜੀ। ਉਹ ਪਿੱਛੇ ਮਹਾਰਾਜ ਦੀ ਸ਼ਕਤੀ ਜਦੋਂ ਵਰਤਦੀ ਹੈ ਨਾ, ਕਰਮ ਮਿਲੇ ਨਾਹੀਂ ਠਾਕ ਰਹਾਈਆ। ਸੋ ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਸਮਾਂ ਅੱਜ ਵੱਧ ਹੋ ਗਿਆ ਤੇ ਮੇਰਾ ਚਿੱਤ ਨਹੀਂ ਸੀ ਕਰਦਾ ਵੀ ਸਾਖੀ ਬੰਦ ਕੀਤੀ ਜਾਵੇ। ਮਹਾਰਾਜ ਕਿਰਪਾ ਕਰਨ, ਬਾਕੀ ਕੱਲ ਨੂੰ ਸੁਣਾਂਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਸਾਰੇ ਕਹੋ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ।